न सोए। वाहेगुरु जी की फतेह। विघ्न विनाशन सोए। महखासुर मद मर्दनी महामोदका शकर। जगदम्बा जय जय करी बकर धरे कर चक्कर। वाहिगुरु जी का खालसा वाहिगुरु जी की फतेह। गुरु दर ते हाजर गुरु सवारे खालसा जी, आप जी वडभागे हो जो 8वें पातशाह बाला प्रीतम सतगुरु जिस डिठै सब दुख जाए, इन्हां अजमतां वडियाइयां दे मालक गुरु हरकृष्ण साहब महाराज जी दे पवित्र चरण छो प्राप्त इतिहासक स्थान गुरुद्वारा बंगला साहब जी की यात्रा करते हैं। जुगो जुग अटल छतर चबर तखत दे मालक धन 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 श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। सतगुरु सारियां दी यात्रा सफल करन। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां इकागर करो। रसना पवित्र कर दे एक बार, सारे उच्चारण करो जी सतनाम वाहेगुरु जी। ये इतिहास पहले पातशाह जाहर पीर जगत गुरु कल तारण आए श्री गुरु नानक देव महाराज जी का है प्रसंग है। सतगुरु पाकिस्तान दे विच अज एक डिस्ट्रिक्ट है मिंट गुंबरी, पर जदों दी ये कथा है उदों ना कोई हिंदुस्तान सी ना कोई पाकिस्तान सी। ये सारा एक ही मुल्क सी जिन्हों भरतखंड कहंदे सी जां भारत कहंदे सी। हैरानी इस गल दी है, दुनिया दी तवारीख पढ़ोगे तुसी मुसलमाना ने जदों मुल्कां दी वंड होई उन्होंने कहा साडा मुल्क पाकिस्तान, पाक कहंदे ने पवित्र नूं, स्थान कहंदे ने जगह नूं। इहदा पूरा नाम जिहड़ा है वो पाक स्थान है, पवित्र धरती। साडे वालियां ने कहा भी ये हिंदुस्तान है,
ਇਹ ਹਿੰਦੂਆਂ ਦਾ ਹੋ ਗਿਆ, ਉਹ ਮੁਸਲਮਾਨਾਂ ਦਾ ਹੋ ਗਿਆ। ਪਰ ਇਹ ਜਿਹੜਾ ਹਿੰਦੁਸਤਾਨ ਸ਼ਬਦ ਹੈ, ਕਿਉਂਕਿ ਅੰਗਰੇਜ਼ਾਂ ਨੇ ਇਸ ਨੂੰ ਇੰਡੀਆ ਕਿਹਾ, ਪੁਰਾਣੀ ਸੰਸਕ੍ਰਿਤੀ ਵਿੱਚ ਭਰਤਖੰਡ ਹੈ ਜਾਂ ਭਾਰਤ ਹੈ। ਹਿੰਦੁਸਤਾਨ ਸ਼ਬਦ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਉਚਾਰਿਆ ਹੈ ਜਦੋਂ ਬਾਬਰ ਬਾਣੀ ਪੜ੍ਹੀ ਦੀ ਹੈ। ਬਾਣੀ ਬਾਬਰ ਦੀ ਨਹੀਂ ਹੈ, ਬਾਬਰ ਦੇ ਪਰਥਾਏ ਹੈ। ਬਾਣੀ ਤਾਂ ਗੁਰੂ ਨਾਨਕ ਸਾਹਿਬ ਦੀ ਹੈ। ਤਾਂ ਉਹਦੇ ਵਿੱਚ ਹਿੰਦੁਸਤਾਨ ਡਰਾਇਆ ਇਹ ਸ਼ਬਦ ਆਉਂਦਾ ਹੈ। ਤੋ ਜਦੋਂ ਦੀ ਇਹ ਕਥਾ, ਉਦੋਂ ਤੱਕ ਕੋਈ ਨਾ ਡਿਸਟ੍ਰਿਕਟ ਮਿੰਟਗੁਮਰੀ ਸੀ, ਉਦੋਂ ਦੀ ਭੂਗੋਲਿਕ ਵੰਡ ਕੁਝ ਹੋਰ ਹੋਏਗੀ। ਪਰ ਕਵੀ ਜੀ ਦੇ ਕਥਾ ਨੂੰ ਸਮਝਾਉਣ ਦਾ ਇੱਕ ਤਰੀਕਾ ਹੈ ਕਿ ਉਹਨਾਂ ਨੇ ਜਿਸ ਵੇਲੇ ਕਥਾ ਲਿਖੀ ਉਸ ਵੇਲੇ ਦਾ ਜ਼ਿਲ੍ਹਾ ਜਿਹੜਾ ਸੀ ਉਹ ਮਿੰਟਗੁਮਰੀ ਸੀ। ਸਤਘਰਾ ਉੱਥੋਂ ਦਾ ਇੱਕ ਨਗਰ ਹੈ। ਉੱਥੋਂ ਦੇ ਸੇਠ ਦੇ ਨਾਲ ਕੀਤੀ ਵਾਰਤਾਲਾਪ ਹੈ। ਜਿਹੜਾ ਦੁਖੀ ਹੈ ਇਹ ਸਮਝਦਾ ਹੈ ਕਿ ਦੁਨੀਆ ਦੇ ਵਿੱਚ ਮੇਰੇ ਤੋਂ ਵੱਡਾ ਦੁਖੀ ਕੋਈ ਨਹੀਂ ਹੈ। ਤੋ ਸਤਿਗੁਰਾਂ ਨੇ ਸਮਝਾਇਆ ਕਿ ਭਾਈ ਦੁੱਖ ਜਿਹੜਾ ਹੈ ਉਹ ਅਗਿਆਨਤਾ ਕਰਕੇ ਹੈ। ਮਤਲਬ ਗੱਲ ਮੈਨੂੰ ਸਮਝਣ ਤੇ ਬੜਾ ਟਾਈਮ ਲੱਗ ਰਿਹਾ ਹੈ। 2-3 ਦਿਨ ਹੋ ਗਏ ਨੇ ਮੈਂ ਜਦੋਂ ਕਥਾ ਪੜ੍ਹਦਾ ਤੇ ਮੈਂ ਇਸ ਨੂੰ ਸਮਝਣ ਦਾ ਯਤਨ ਆਪ ਕਰਦਾ ਪਹਿਲਾਂ, ਕਿਉਂਕਿ ਕੁਝ ਗੱਲਾਂ ਜਿਨ੍ਹਾਂ ਨੂੰ ਅਸੀਂ ਚਿੰਤਨ ਕਹਿੰਦੇ ਆ, ਜਿਵੇਂ ਇੱਕ ਬਿਲਕੁਲ ਨਵੀਂ ਗੱਲ ਮੈਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਥਾ 'ਚੋਂ ਮਿਲੀ ਸੀ ਕਿ ਪਾਪ ਦਾ ਜਿਹੜਾ ਮੂਲ ਹੈ ਉਹ ਮਰਡਰ ਨਹੀਂ ਹੈ, ਉਹ ਲੁੱਟ ਖਸੁੱਟ ਨਹੀਂ ਹੈ। ਝੂਠ ਬੋਲਣ ਤੋਂ ਪਾਪ ਸ਼ੁਰੂ ਨਹੀਂ ਹੁੰਦਾ, ਕਿਸੇ ਦੀ ਧਨ ਦੌਲਤ ਲੈ ਕੇ ਮੁੱਕਰ ਜਾਣ ਤੋਂ ਪਾਪ ਸ਼ੁਰੂ ਨਹੀਂ ਹੁੰਦਾ। ਪਾਪ ਦਾ ਮੂਲ ਹੈ ਇੱਛਾ। ਤੁਹਾਡੇ ਅੰਦਰ ਇੱਕ ਇੱਛਾ ਪੈਦਾ ਹੁੰਦੀ ਹੈ, ਉਹਦੇ ਤੋਂ ਫਿਰ ਇਹ ਸਾਰੇ ਪਾਪ ਜਿਹੜੇ ਨੇ ਉਹ ਜਨਮ ਲੈਂਦੇ ਨੇ। ਜਿਵੇਂ ਮੇਰੀ ਇੱਛਾ ਮੈਂ ਤੁਹਾਨੂੰ ਸਬਕ ਸਿਖਾਉਣਾ ਹੈ, ਮੇਰੀ ਇੱਛਾ ਮੈਂ ਅਮੀਰ ਹੋਣਾ ਹੈ, ਮੇਰੀ ਇੱਛਾ ਹੈ ਕਿ ਮੈਂ ਇਹ ਕਰਨਾ ਹੈ। ਹੁਣ ਉਹ ਜਿਹੜੀ ਕਰਨ ਦੀ ਪ੍ਰਕਿਰਿਆ ਹੈ, ਉਹਦੇ ਲਈ ਜਿਹੜੇ ਸਾਧਨ ਜਿਹੜੇ ਰਸਤੇ ਹੋਣਗੇ, ਉਹਨਾਂ ਦੇ ਵਿੱਚ ਪਾਪ ਆਪਣੇ ਆਪ ਜਨਮ ਲੈਂਦਾ ਤੁਰਿਆ ਜਾਏਗਾ। ਇਸੇ ਤਰ੍ਹਾਂ ਹੁਣ ਇੱਥੇ ਜਿਹੜੀ ਕਥਾ ਆਉਂਦੀ ਹੈ, ਹੁਣ ਕਿੱਥੇ ਉਸ ਸੇਠ ਦੀ ਕਥਾ, ਕਿੱਥੇ ਉਹਦੀ ਘਰਵਾਲੀ ਦੀ ਬੇਵਫਾਈ, ਕਥਾ ਕਿਤੇ ਹੋਰ ਹੀ ਚਲੀ ਗਈ। ਗੁਰੂ ਨਾਨਕ ਸਾਹਿਬ ਜੀ ਨੇ ਰਾਮਕਲੀ ਦੀ ਵਾਰ ਦਾ ਉੱਥੇ ਇੱਕ ਸ਼ਬਦ ਉਚਾਰਿਆ, ਆਖਿਆ ਸੇਠ ਰਿਦੇ ਵਿਚਾਰਤ ਹਵੈ ਨਾ ਉਪਾਈ, ਸਭ ਲੋਕਣ ਤੇ ਰਹੋ ਲਜਾਈ, ਸੁਣ ਕੇ ਸ਼੍ਰੀ ਪ੍ਰਭ ਬੈਣ ਅਲਾਏ, ਪੂਰਬ ਜਨਮ ਕਰਮ ਕਰ ਆਏ। ਆਖਿਆ ਸੇਠ ਤੇਰਾ ਕੋਈ ਕਸੂਰ ਨਹੀਂ ਹੈ, ਮਤਲਬ ਇਸ ਜਨਮ ਦਾ ਹੈ। ਤੇ ਬੜੀ ਉਹ ਹਾਸ ਰਸ ਜੀ ਗੱਲ ਹੈ, ਪਰ ਬੜੀ ਸਾਦੀ ਹੈ, ਸਮਝਣ ਲਈ ਬੜੀ ਸੌਖੀ ਹੈ। ਮੈਂ ਤਾਂ ਬਹੁਤ ਵਾਰੀ ਸਾਂਝੀ ਕੀਤੀ ਆਪ ਨਾਲ ਵੀ, ਕਿਸੇ ਨੇ ਢਾਬਾ ਖੋਲ੍ਹਿਆ ਤੇ ਢਾਬੇ ਦੇ ਬਾਹਰ ਲਿਖ ਦਿੱਤਾ ਵੀ ਜੋ ਮਰਜ਼ੀ ਖਾਓ, ਬਿੱਲ ਜਿਹੜਾ ਹੈ ਉਹ ਤੁਹਾਡੇ ਬੱਚਿਆਂ ਤੋਂ ਲਿਆ ਜਾਏਗਾ।
तो मेरे वर्गा जाके खिलर गया, ये लियाओ जी, वो भी लियाओ जी। जदों ने चंगा चोखा खा लिया, तुरन लगा, तो ढाबे के मालक ने बिल फड़ा दिता। हुण बिल ते लिखिया है, हुण ये गल ते बनाई हुई है, लिखिया 90 रुपये। मेरे वर्गा बोलन लग गया, ये तो धोखा है जी, ये तो 420 है जी, ये तो तुसी ठगी शुरू की हुई है जी। बाहर लिखिया जी बिल तुहाडे बच्चों तो लिया जाएगा, तो हुण मेरे हाथ बिल फड़ा दिता है। वो सेठ कहन लगा, सरदार जी पढ़ो तो सही। कहंदा की मतलब? कहंदे तुहाडे बाप का बिल है, तुहाडा नहीं है, तुहाडा ते तुहाडे बच्चों तो लवांगे। साडे च ना बड़े लोग ऐसे ने, और तुसी कहंदे भी सुनोगे, एवें एक दो तेनू कीड़े पैणगे। कीड़े नहीं पैणगे, इस जन्म च नहीं पैणगे, जरूरी नहीं है। क्योंकि जे उहदे पूर्वले कर्म इन्ने वड्डे होए, वो बच जाएगा। हाँ पैणगे जरूर, पर अगले जन्मां च जाके पैणगे। इस कथा नूं सुन समझण दी कोशिश करियो, नहीं तो मैनू कई बार तो मन करदा भी लंघ जाओ, फिर समझते भी की फिर साडे पल्ले की पिया। हुण वेखो इस कथा च की लिखिया है। इस कथा दे विच लिखिया है कि जदों तुसी पाप करदे हो तो तुहाडे पुण्य गवाचदे ने। ये चेता रखना। एक आदमी अमीर हो गया, हुण अगर वो फजूल खर्ची करेगा, नजायज खर्ची करेगा, अंडरस्टूड है कि उसके पैसे घटने शुरू हो जाएंगे। पर जे वो नाल दी नाल कमाई जावे, जे उसका 2 लाख का खर्चा है, तो जे उसकी 2.5, 3, 4 लाख रुपया अगों फिर इनकम है, तो की फर्क पैना है? कुछ भी नहीं। ये जेडे सुख सानू इस जिंदगी विच मिले ने, मत सोचो कि मैं पैसे गड्डी चला के कमा ले। मैं अमेरिका च ऐसे लोग वेखे ने, टैक्सी चलाई है, 8-10 घरां दे मालक ने अज। हुण ये की है तो परा लभदा है कि लोगों ने टैक्सी नहीं चलाई है, कईयां दी रोटी भी नहीं पूरी हुई। इत्थे भी तुसी वेख लो, अज कईयां दे गुलाब जामुन विकी जाते हैं, दही भल्ले विकी जाते हैं, कईयां दियां गड्डियां भी नहीं विकदियां। मैं पिछले दिन भी बेनती की भी साइकिल का कम है, साइकिल का, तो मैंने लगता साइकिल विच भी साइकिल का स्पेयर पार्ट होएगा। एक दिन मैनू वो सड़क ते ही मिल गए, नाले मैनू अरदास लिए पैसे देते, नाले गुरुद्वारे लिए मत्था टेकन लिए देते। वो साइकिल चला रहा सी बंदा, कहता मैं कपड़े इदां दे पाए ने, अंदर नहीं जा सकता। मैं क्या कारोबार का की हाल है? कहता ज्ञानी जी आवागा तुहाडे कोल। फिर वो आया, उन्हें 50,000 की पर्ची भी कटाई। कहता इन्ने पैसे मैं अपनी जिंदगी च कदे कमाए नहीं जिन्हें हुण कमाए ने। गड्डियां बंद हो गई, सब कुछ बंद हो गया। जिन्ना साइकिल हुण विके है, जिन्ना स्कूटर हुण विके है, वड्डियां गड्डियां वाले सारे भुखे मर रहे हैं। पर जिहड़े ऑटो नाल जुड़े हुए लोग ने, उन्हां दीयां पौं 12 करतियां करोने ने। ये की है? ये तुहाडी परा लभदा है। ये सच है। कई बंदे सोने नूं हथ लाउंदे ने, मिट्टी हो जाता है। कई मिट्टी हाथ च फड़ लैण तो सोना बन जाती है। इस करके मैं हमेशा बेनती करदा भी एक कदे दावा नहीं करना कि मेरी मेहनत नाल पैसे आउंदे ने। मेहनत बड़ी दुनिया करदी है, लेबर तो वड्डी कोई मेहनत नहीं है। पर मजदूरां दे कदे बंगले नहीं बने, ये भाग ने, ये किस्मत है। ये पुराने तुहाडे पूर्वले कर्म ने। सतगुरु कहन लगे सेठ गल सिर्फ इन्नी है
कि तेरा दोष नहीं है, ये तेरे पूर्वले कर्मां दा एक दुख है जिहड़ा इस जन्म विच पत्नी दे रूप विच तेरी जिंदगी विच आया। ते अज सब कुछ हुंदियां सब तो वड्डा सेठ सी पिंड दा, पर वो कहंदा भी धरती दे उपर मेरे जिन्ना दुखी होर कोई नहीं है। सतगुरु पिता जी ने समझाया सी कि पूर्वले सब जन्म मैं कर्म किए है जोए, ये चेता रखना। इस तो पहले जन्म विच जिस जिस व्यक्ति ने जो जो कर्म कीते ने निश्चय भोगै चाहिए किह बिद मिटन ना होए, वो कर्म थोड़े मिटणगे नहीं। तुसी चंगे चंगे बंदे जेल वेखे होणगे जांदे, मैं गल पूरी नहीं करांगा। एक बच्चा बिल्कुल ठीक है, पता नहीं कलोनी महल्ले च रहिंदा सी, की होया उहदे कोलों मर्डर हो गया। ये दिल्ली की गल है। छोटे छोटे बच्चे सी, तिहाड़ जेल चला गया। हुण उहदे छुट्टण दा टाइम आ गया, सज़ा भी होई। जदों साल 2 साल रह गए तो जेल दे विच फिर मर्डर हो गया उहदे कोलों। लो कर लो गल, हुण की करोगे तुसीं? मतलब एक मर्डर होया तो जेल चला गया, दूजा मर्डर जेल च फिर हो गया उहदे कोलों। की हालात बने होणगे वाहिगुरू जाने। पर गल सिर्फ इन्नी है कि रब ने कहा भी तेरियां रोटियां अंदर ने, बाहर नहीं हैगियां। नहीं तो हर बंदा बंदा मार के रोटी थोड़ा खांदा है, हर बंदा बंदा मार के रोटी नहीं खांदा। कर्म सी कि चंगा भला एक आदमी, भला लोग हालात ही ऐसे बने होणगे कि कलोनी च लड़िया, पतली सोटा मारिया, डंडा मारिया, थाक थां वज्जा, बंदा मर गया। उसल जानबूझ के ना मारिया होवे, जेल चला गया, जेल च फिर बंदा मर गया, फॉर लाइफ गया। तो ये दावा नहीं किया जा सकता। इत्थे फिर सतगुरु जी ने एक शब्द उचारिया सी, सहंसर का जिक्र किया, इंद्र का जिक्र किया, परशुराम का जिक्र किया, अज राजे का जिक्र किया जिन्होंने भिखिया मंगनी पई, श्री रामचंद्र जी का जिक्र किया, दशरथ का बेटा होवे, जुग का अवतार होवे ते जंगल विच रो रो के लोगों को पूछे भी तुसी वेखी है मेरी सीता कित्थे है। ये की है? ये भी कर्म है। ये भी कर्म सी कि अवतारी पुरख होके भी उन्होंने जंगल विच रोना पिया। ये भी उहदे पूर्वले कर्म सी, उन्होंने भोगने पे। और ये मिटदे नहीं। जिहड़ी धर्म की गल समझण वाली ये है कि कर्म नहीं मिटदे। और इसदा सब तो वड्डा सबक यह है कि बच जाओ तांत्रिक लोगों तो, धागे तवीतां तो, वहमां भरमां तो बच जाओ। ये तुहाडे मत्थे दे कर्म नहीं बदल सकते। हुण तुसीं कहोगे जी फिर की करिए? हाँ, उहदा रस्ता है। उहदा रस्ता है भी अगे तो चंगे काम करो। फिर की होएगा? तुहानूं पता है जेल दे विच जिहड़े लोग जांदे ने उन्हां दी जेल माफ़ी भी हो जाती है। अगर उहदी रिपोर्ट अच्छी होवे ना किसी कैदी दी, तो ये सरकारां वक्त दे वक्त जिहड़े कैदी हुंदे ने उन्हां दी कैद माफ़ करदे ने। शायद आप जी नूं अगली गल मैं साझी करा, शायद होर समझ आ जाएगी। अगर एक बंदे नूं उम्र कैद होई है, उम्र कैद का भाव हुंदा है 20 साल, 20 साल तो भाव है 14 साल। बाकी छुट्टियां छट्टियां गिण लियां, रातां रूतां पा लियां उन्होंने। 14 साल बाद बंदे ने बाहर आना है, पर गारंटी नहीं जे 14 साल बाद वो एक फिर रिपोर्ट बनती है कि ये बंदा बाहर जाके दोबारा मर्डर तो नहीं करेगा। ये गल मैनू इंग्लैंड तो पता लगी। मेरा एक दोस्त वो उथे
ਬਰਮਿੰਘਮ ਦੇ ਵਿੱਚ ਜੇਲ੍ਹ ਵਾਰਡਨਰ ਸੀ। ਮੈਂ ਪਹਿਲੀ ਵਾਰੀ ਜਦੋਂ ਗਿਆ ਤੇ ਮੈਨੂੰ ਲੈ ਕੇ ਵੀ ਉਹੀ ਗਿਆ ਸੀ ਤਕਰੀਬਨ। ਉਹਨੂੰ ਮੈਂ ਕਿਹਾ ਜਿਹੜੇ ਆਪਣੇ ਸਿੱਖ ਕੈਦੀ ਨੇ ਇਹ ਛੁੱਟਦੇ ਕਿਉਂ ਨਹੀਂ, ਉਹਨਾਂ ਦੀ ਸਜ਼ਾ ਪੂਰੀ ਹੋ ਗਈ। ਉਹ ਕਹਿੰਦਾ ਗਿਆਨੀ ਜੀ ਜੇਲ੍ਹ ਸੁਪਰੀਡੈਂਟ ਦੀ ਇੱਕ ਰਿਪੋਰਟ ਹੁੰਦੀ ਹੈ ਕਿ ਭਾਵੇਂ ਇਸ ਬੰਦੇ ਦੀ ਜੇਲ੍ਹ ਪੂਰੀ ਹੋ ਗਈ, ਜੇ ਬਾਹਰ ਜਾਏਗਾ ਇਸ ਤੋਂ ਵੀ ਖੂੰਖਾਰ ਹੋਏਗਾ। ਕਹਿੰਦੇ ਉਹਨੂੰ ਸਾਰੀ ਉਮਰ ਕੋਈ ਨਹੀਂ ਬਾਹਰ ਕੱਢ ਸਕਦਾ। ਇੱਕ ਉਹ ਹੈ ਜਿਹੜਾ ਜੇਲ੍ਹ ਵਿੱਚ ਸਜ਼ਾ ਭੁਗਤਣ ਤੋਂ ਬਾਅਦ ਵੀ ਬਾਹਰ ਨਹੀਂ ਆਏਗਾ। ਇੱਕ ਉਹ ਹੈ ਜਿਹੜਾ ਆਪਣੀ ਸਜ਼ਾ ਤੋਂ ਪਹਿਲਾਂ ਉਹਨੂੰ ਸਜ਼ਾ ਦੀ ਮਾਫੀ ਮਿਲ ਜਾਏਗੀ, 2 ਸਾਲ 3 ਸਾਲ 4 ਸਾਲ ਔਰ 14 ਦੀ ਸਾਲ ਤੇ ਉਹ 10 ਸਾਲਾਂ 'ਚ ਹੀ ਘਰ ਆ ਜਾਏਗਾ। ਹੁਣ ਇਹ ਕੀ ਹੈ? ਇਹ ਤੁਹਾਡਾ ਅੰਦਰ ਫਿਰ ਗੁੱਡ ਕਰੈਕਟਰ ਬੈਡ ਕਰੈਕਟਰ ਹੈ। ਅਸੀਂ ਇਸ ਜਨਮ ਵਿੱਚ ਦੁੱਖ ਭੋਗਦੇ ਹਾਂ, ਇਹਦਾ ਅਰਥ ਹੈ ਵੀ ਅੱਗੇ ਤੋਂ ਚੰਗੇ ਕੰਮ ਕਰੋ ਤਾਂ ਕਿ ਇਹਨਾਂ ਦੁੱਖਾਂ ਦੀ ਮਾਫੀ ਹੋ ਜਾਏ, ਅੱਗੋਂ ਦੁੱਖ ਭੋਗਣੇ ਨਾ ਪੈਣ। ਇਹਦਾ ਅਰਥ ਹੈ। ਹੁਣ ਇਹ ਜਿਹੜੀ ਕਥਾ ਹੈ ਸਹੰਸਰ ਦਾ ਕੀ ਹੈ, ਪਰਸਰਾਮ ਦਾ ਕੀ ਹੈ, ਇੰਦਰ ਦੇਵਤੇ ਦਾ ਕੀ ਸੀਗਾ, ਉਹ ਕਥਾ ਆਪਾਂ ਸੁਣ ਲਈ। ਇੰਦਰ ਵਰਗਾ ਦੇਵਤਾ, ਸੱਚੀ ਵਰਗੀ ਉਹਦੀ ਪਤਨੀ ਤੇ ਗੌਤਮ ਤੱਪੇ ਦੀ ਪਤਨੀ ਤੇ ਐਸਾ ਮੋਹਿਤ ਹੋਇਆ ਕਿ ਕਿੱਡਾ ਵੱਡਾ ਸੰਤਾਪ ਭੋਗਣਾ ਪਿਆ ਉਹਨੂੰ। ਫਿਰ ਇੱਕ ਰਿਸ਼ੀ ਹੋਇਆ ਜਿਹਦਾ ਨਾਂ ਹੈ ਜਮਦਗਣਾ। ਉਹ ਆਪਣੇ ਆਸ਼ਰਮ ਦੇ ਵਿੱਚ ਬੈਠਾ, ਉਹਦੇ ਕੋਲੇ ਸਹੰਸਰ ਬਾਹੂ ਆ ਗਿਆ। ਸਹੰਸਰ ਬਾਹੂ ਉਹ ਸੀ ਜਿਹਨੇ ਸਾਰੇ ਦੇਵਤੇ ਸਾਰੇ ਬ੍ਰਾਹਮਣ ਮਾਰ ਕੇ ਤੇ ਖੱਤਰੀਆਂ ਦਾ ਰਾਜ ਸਥਾਪਿਤ ਕੀਤਾ ਸੀ। ਉਹਦੀ ਮੌਤ ਆਈ, ਉਹ ਜਮਦਗਣੇ ਰਿਸ਼ੀ ਦੇ ਆਸ਼ਰਮ ਵਿੱਚ ਆ ਗਿਆ। ਜਮਦਗਣੇ ਰਿਸ਼ੀ ਨੇ ਕੀ ਕੀਤਾ ਵੀ ਰਾਜਾ ਆਇਆ ਹੈ, ਉਹਦੀ ਫੌਜ ਆਈ ਹੈ ਤੇ ਮੇਰੇ ਕੋਲੋਂ ਤਾਂ ਸੇਵਾ ਹੋਣੀ ਨਹੀਂ। ਉਹਨੇ ਸਵਰਗ ਤੋਂ ਕਾਮਧੇਨ ਗਊ ਮੰਗਾ ਲਈ ਤੇ ਜੋ ਕਿਸੇ ਨੇ ਮੰਗਿਆ ਸਭ ਖਵਾਇਆ। ਹੁਣ ਜਿਹੜਾ ਸਹੰਸਰ ਬਾਹੂ ਹੈ ਉਹਨੇ ਸੋਚਿਆ ਵੀ ਮੈਂ ਧਰਤੀ ਦਾ ਰਾਜਾ, ਇਹ ਫਕੀਰ ਝੁੱਗੀ 'ਚ ਰਹਿਣ ਵਾਲਾ, ਇਹ ਕਾਮਧੇਨ ਗਊ ਲਈ ਫਿਰਦਾ ਤੇ ਮੇਰੇ ਕੋਲੇ ਤਾਂ ਕੁਝ ਵੀ ਨਹੀਂ। ਉਹਨੇ ਕਿਹਾ ਕਿਉਂ ਨਾ ਹੋਵੇ ਕਾਮਧੇਨ ਗਊ ਨੂੰ ਕਬਜ਼ੇ 'ਚ ਕਰੀਏ। ਜਿਹੜਾ ਜਮਦਗਣਾ ਰਿਸ਼ੀ ਸੀ ਉਹਨੂੰ ਸਮਝ ਆ ਗਈ ਵੀ ਇਹ ਬੇਈਮਾਨ ਹੈ, ਉਹਨੇ ਗਊ ਭਜਾਤੀ। ਉਹਨੇ ਕਿਹਾ ਜਾ ਸਵਰਗ 'ਚ ਭੱਜਾ ਵਾਪਸ। ਸਹੰਸਰ ਬਾਹੂ ਗੁੱਸੇ ਵਿੱਚ ਆਇਆ, ਉਹਨੇ ਜਮਦਗਣੇ ਰਿਸ਼ੀ ਦਾ ਮਰਡਰ ਕਰ ਦਿੱਤਾ, ਮਾਰ ਦਿੱਤਾ। ਜਮਦਗਣੇ ਰਿਸ਼ੀ ਦੀ ਜਿਹੜੀ ਘਰ ਵਾਲੀ ਹੈ ਹੁਣ ਉਹ ਵਰਲਾਪ ਕਰਦੀ ਹੈ। ਉਹਦਾ ਨਾਂ ਹੈ ਰੇਣੂਕਾ। ਬੜਾ ਰੋਈ, ਇੱਕ ਹਫ਼ਤਾ ਰੋਂਦੀ ਰਹੀ। ਅਖੀਰ ਉਹਨੇ ਆਪਣੇ ਪੁੱਤਰ ਨੂੰ ਬੁਲਾ ਲਿਆ। ਉਹਦੇ ਪੁੱਤਰ ਦਾ ਨਾਂ ਹੈ ਪਰਸਰਾਮ। ਉਹਨੇ ਕਿਹਾ ਵੇਖ ਪੁੱਤਰ, ਆ ਕੁਝ ਹੋਇਆ ਹੈ। ਸਹੰਸਰ ਬਾਹੂ ਨੇ ਤੇਰਾ ਪਿਓ ਮਾਰਤਾ। ਉਹਨੇ ਕੁਹਾੜਾ ਚੁੱਕਿਆ, ਉਹਨੇ ਸਹੰਸਰ ਬਾਹੂ ਮਾਰਤਾ। ਮਾਰ ਕੇ ਉਹਨੇ ਫਿਰ ਖੱਤਰੀਆਂ ਤੋਂ ਰਾਜ ਖੋਇਆ ਤੇ ਬਾਹਮਣਾਂ ਨੂੰ ਦੇ ਦਿੱਤਾ। ਇੱਕ ਵਾਰੀ ਨਹੀਂ ਦਿੱਤਾ, 21 ਵਾਰੀ ਦਿੱਤਾ। 21 ਵਾਰੀ ਰਾਜ ਦੇਣ ਤੋਂ ਬਾਅਦ ਜਦੋਂ 22ਵੀਂ ਵਾਰੀ ਆਈ ਤੇ ਉਦੋਂ ਖੱਤਰੀਆਂ ਦਾ ਰਾਜਾ ਸੀ ਸ਼੍ਰੀ ਰਾਮਚੰਦਰ। ਰਾਮਚੰਦਰ ਤੋਂ ਜਿਹੜਾ ਪਰਸਰਾਮ ਸੀ ਉਹ ਹਾਰ ਗਿਆ। ਹਾਰਿਆ ਤਾਂ ਉਹਨੂੰ ਘਰ ਜਾ ਕੇ ਰੋਣਾ ਪਿਆ। ਇੰਦਰ ਦੇਵਤਾ ਵੀ ਰੋਇਆ, ਸ਼੍ਰੀ ਰਾਮਚੰਦਰ ਵੀ ਰੋਏ, ਪਰਸਰਾਮ ਵੀ ਰੋਇਆ। ਜਦੋਂ ਆਪਾਂ ਨੂੰ ਕੋਈ ਦੁੱਖ ਆਉਂਦਾ ਹੈ ਨਾ ਤਾਂ ਆਪਣਾ ਮਨ ਵਿਚਲਿਤ ਹੋ ਜਾਂਦਾ ਹੈ। ਮੇਰੇ ਨਾਲ ਇਦਾਂ ਕਿਉਂ ਹੋਇਆ ਜੀ? ਉਹ ਕਵਲਿਆ, ਨਹਾਉਂਦਾ ਤੂੰ ਜਪਜੀ ਸਾਹਿਬ ਪੜ੍ਹਦਾ ਤੇ ਭੱਜਾ ਜਾਂਦਾ ਤੂੰ ਗੁਰਦੁਆਰੇ ਮੱਥਾ ਟੇਕਦਾ ਤੇ ਠੇਕੇਦਾਰੀ ਤੂੰ ਕੀ ਲੱਭਦਾ ਹੈ ਵੀ ਮੈਨੂੰ ਕੁਝ ਨਹੀਂ ਹੋਣਾ ਚਾਹੀਦਾ। 10 ਰੁਪਏ ਗੋਲਕ 'ਚ ਪਾਏ, 10 ਰੁਪਏ ਰਾਗੀਆਂ ਨੂੰ ਦਿੱਤੇ, 10 ਦਾ ਪ੍ਰਸ਼ਾਦ ਕਰਾਇਆ। ਉਹ ਸਮਝਦਾ ਵੀ ਇੰਸ਼ੋਰੈਂਸ ਹੋ ਗਈ ਹੈ। ਹੁਣ ਨਾ ਗੱਡੀ ਦਾ ਟਾਇਰ ਪੈਂਚਰ ਹੋਣਾ ਚਾਹੀਦਾ, ਨਾ ਗੱਡੀ ਰਕਸ਼ੇ 'ਚ ਵੱਜਣੀ ਚਾਹੀਦੀ ਹੈ, ਹਾਂਜੀ, ਨਾ ਮੇਰਾ ਫੋਨ ਗਵਾਚਣਾ ਚਾਹੀਦਾ, ਨਾ ਸਕਰੀਨ ਟੁੱਟਣੀ ਚਾਹੀਦੀ ਹੈ।
जिथे कुछ हो गया, लै सवेरे मत्था भी टेक के आया, फिर मेरा नुकसान क्यों हो गया? भी मत्था तो तू ऐ टेकिया जिवें हनुमान गया सी श्रीलंका नूं, उन्हें पूछ नूं अग लाई सी, भज्जा भज्जा गया, लंका साड़ के आ गया। साडा हाल भी तो इहो ही है। असीं तो जुत्ती नहीं जमा करा सकते जोड़ा घर च, इन्नी काली है। गड्डी नहीं खड़ी कर सकते पार्किंग च, एडी काली है। मतलब इन्नी फास्ट साडी जिंदगी है। तो चाहते की हाँ? पाठ असी कोई नहीं करना, गुरुद्वारे महाराज को असी नहीं बहना, श्योरिटी पूरी चाहिए है, फुल फ्लैज, कोई नुकसान नहीं होना चाहिए, काका फेल नहीं होना चाहिए, बेबे बीमार नहीं होनी चाहिए, बच्चे का वीजा नहीं रुकना चाहिए, मेरे दंद पीड़ नहीं होने चाहिए। पुछो करदा की है? करदा कुछ भी नहीं। जे गुरुद्वारे 4 दिन सेवा कर लेंदा तो वह ईरखा च भर जाता है। हर एक नूं पुछी जाएगा तू तू कौन है, वेख लूँगा मैं तेनू। आपां कित्थे गए आ? इसे करके गुरुआं ने गुरबाणी विच उन्हां दा जिक्र कीता है। चंद्रमा वर्गे देवते, वो भी मूर्ख बन गए। ऐसा इंद्र ने बुद्धू बनाया कि चंद्रमा नूं कहता तू कुकड़ बन जा, वो कुकड़ बन गया। इस कथा नूं समझण दी लोड़ है। मैनूं बड़ा टाइम लगदा, मैं पढ़दा फिर बह जाना भी जाके सुणावांगा कि हैगियां ते सनातन मत दीयां कथावां ने, पर ये गुरु ग्रंथ साहब दे विच इन्हां दा जिक्र क्यों आया? जिक्र इस करके आया कि असी छोटे छोटे आदमी कदे भुल भुलेखे मूँह तो वाहिगुरू निकल गया, भुल भुलेखे कदे गुरुद्वारे चले गए, कदे कदाई संगरांद वाले दिन कड़ाह प्रशाद करा देता, तो जदों कोई गल नुकसान हो गया जी रब तो साडा दुश्मन बन गया, रब तो वैरी हो गया, रब ने पता नहीं केड़ा वैर कढ़ लिया। भी तू रब दे कदों श्लोक पढ़े सी बई? मैं फिर बेनती करा, कोई मुसलमान मिले तुहानू, उहदे नाल गल्लां करियो, वो तुहानू हर गल ते कहेगा इंशा अल्लाह मारशा अल्लाह, अल्लाह ताला मेहर करेगा। असी माँ तो लैके भैन धी तक किहड़ी गाल है जिहड़ी नहीं कढ़दे? कईयां दे ते हालत यह है भी शायद रोटी नाल इन्ना सलाद नहीं खाते जिन्नी एक गल नाल गाल कढ़दे असी पहुँचे कित्थे? किते भी नहीं पहुँचे। पर दूजे धर्म नूं पल्ले नहीं बनदे असी। इहदा अर्थ नहीं कि मैं कोई इस्लाम की प्रौढ़ता कर रहा, ना मैनू करनी चाहिए है, मैं तो सिक्खी का प्रचारक हाँ। पर मेरा एक बेनती करन दा भाव यह है कि जे आपां महसूस करते हैं कि असी सुखी नहीं हाँ, तो पूछा जाए भी दुखी किने कीता है तुहानू? बई कि गुरु नानक ने तुहानू दुख दिता है? कि गुरु गोबिंद सिंह जी ने दुख दिता है? कि तुसी अमृत छकण करके दुखी हो? कि केस रखण करके दुखी हो? केसां दियां ते गुत्तां बना लईआं तुसी। ना तुहानू सिक्खी ते प्राउड है, ना तुहानू अपने आप ते कॉन्फिडेंस है। चाहिदा ये सीगा सिख नू माण हुंदा। मैं फिर एक गल दा जिक्र करा, जदों असीं पढ़दे सी ना, तो एक दिन की होया, दोपहर दा वेला है, असीं लंगर छकण लगे, तो जी देसी घ्यो लै लो जी, देसी घ्यो लै लो जी, देसी घ्यो लै लो जी। पुछो जी कित्थों आया है? वो कहंदे जी वो भाई रवि सिंह दे पिता जी आए सी ना जीरकपुर तो, वो लैके आए ने, सारिਆਂ ने खा लिया। शामी 4 बजे पता लगा भी साडे विचों एक स्टूडेंट किसी दे घर गया सी सहज पाठ कर, ते जिहड़े रस्ते तो गया रस्ते विच कबरां सी, मड़ियां सी, नाल ही ना पिंड भलियाण पैंदा है जिथे मैं पढ़िया। तो जे डांडे मींडे जाइए तो मड़ियां चों लंघ के जाईदा। वो जदों किते पाठ करके मुड़िया तो किसी ने मड़ियां दे विच घिओ, कशहरे दा कपड़ा ते इहो जिहियां चीज़ां रखियां, वो चुक लिया। कशहरे दा कपड़ा तो उन्हें रख लिया भी मैं पाऊँगा, तो घिओ ने सारिਆਂ नूं खवाता। तुहानूं इन्ना कॉन्फिडेंस होना चाहिए
ਕਿ ਜੇ ਤੁਸੀਂ ਬਾਣੀ ਪੜ੍ਹਦੇ ਹੋ, ਜੇ ਤੁਸੀਂ ਅੰਮ੍ਰਿਤਧਾਰੀ ਹੋ, ਤੁਹਾਡਾ ਕੋਈ ਕੁਛ ਨਹੀਂ ਵਿਗਾੜ ਸਕਦਾ। ਤੁਸੀਂ ਇੱਕੋ ਗੱਲ ਪੜ੍ਹਨੀ ਹੈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸਮਾਲੇ। ਗੁਰੂ ਮੇਰੇ ਨਾਲ ਹੈ, ਮੇਰਾ ਕੋਈ ਕੁਛ ਨਹੀਂ ਵਿਗਾੜ ਸਕਦਾ। ਇਹ ਕੌਨਫੀਡੈਂਸ ਹੋਣਾ ਚਾਹੀਦਾ ਸਿੱਖ ਨੂੰ। ਜੇ ਤੁਸੀਂ ਸਿੱਖ ਹੋ, ਸਿੱਖਾਂ ਦਾ ਤੇ ਮੁਗਲ ਕੁਛ ਨਹੀਂ ਵਿਗਾੜ ਸਕੇ। ਬਾਬਰ ਵਰਗੇ, ਔਰੰਗਜ਼ੇਬ ਵਰਗੇ, ਜਹਾਂਗੀਰ ਵਰਗੇ, ਸ਼ਾਹਜਹਾਨ ਵਰਗੇ, ਜਿਨ੍ਹਾਂ ਨੇ ਬੰਦ ਕੱਟਿਆ ਹੈ, ਉਹ ਭਾਈ ਮਣੀ ਸਿੰਘ ਦਾ ਕੁਛ ਨਹੀਂ ਕਰ ਸਕੇ। ਭਾਈ ਮਣੀ ਸਿੰਘ ਅੱਜ ਵੀ ਜਿਉਂਦਾ ਹੈ, ਪਰ ਬੰਦ ਕੱਟਣ ਵਾਲੇ ਦਾ ਕੌਣ ਨਾਂ ਲੈਂਦਾ ਹੈ? ਆ 9 ਤਰੀਕ ਆਏਗੀ, ਆਪਾਂ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਵਾਂਗੇ, क्योंकि शहीद की जो मौत है वो कौम की हजात है। शहीदां दियां मौतां कौमां दा अमृत होया करदियां ने, कौमां खड़दियां इन्हां दे सिर ते ने। हुण इस कथा दे विच जिक्र आउंदा है पांडवां दा। हुण तुसीं पांडवां दा एक पक्ष सुणिया है कि वड्डे वड्डे पांडव होए जी, 11वां पांडवां दी लड़ाई होई जी। सतगुरु ਉਹਦਾ ਅੰਦਰਲਾ ਇੱਕ ਭੇਦ ਹੋਰ ਦੱਸਦੇ ਨੇ। ਹਾਂਜੀ, ਅਬ ਸੁਣ ਪਾਂਡਵ ਕੇਰ ਕਹਾਣੀ, ਜਿਨ ਟਿਗ ਰਹਿਤ ਕ੍ਰਿਸ਼ਨ ਗੁਣ ਖਾਣੇ। ਸਤਿਗੁਰੂ ਕਹਿੰਦੇ ਸੁਣੋ, ਪਾਂਡਵਾਂ ਦੀ ਕਹਾਣੀ ਸੁਣੋ। ਪਾਂਡਵ ਕੋਈ ਆਮ ਬੰਦੇ ਨਹੀਂ ਸਨ। ਉਸ ਯੁੱਗ ਦੇ ਅਵਤਾਰ ਜਿਹੜੇ ਸ਼੍ਰੀ ਕ੍ਰਿਸ਼ਨ ਸਨ, ਉਹ ਪਾਂਡਵਾਂ ਕੋਲ ਜਾ ਕੇ ਰਹਿੰਦੇ ਸੀ। ਸ਼੍ਰੀ ਕ੍ਰਿਸ਼ਨ ਜਿਹੜੇ ਸਨ, ਉਹ ਕੈਰਵਾਂ ਕੋਲ ਜਾ ਕੇ ਨਹੀਂ ਸੀ ਰਹਿੰਦੇ, ਉਹ ਦੁਰਯੋਧਨ ਕੋਲ ਜਾ ਕੇ ਨਹੀਂ ਸੀ ਰਹਿੰਦੇ। ਉਹ ਜਦੋਂ ਰਹਿੰਦੇ ਸੀ ਯੁਧਿਸ਼ਟਰ ਹੋਰਾਂ ਦੇ ਕੋਲ ਜਾ ਕੇ ਰਹਿੰਦੇ ਸੀ। ਹਾਂਜੀ, ਸਰਬ ਦਿਸ਼ਾ ਜੀਤੀ ਇੱਕ ਬਾਰੀ, ਰਾਜ ਸੋ ਮੁਖ ਕੀਨੋ ਭਾਰੀ। ਇੱਕ ਵਕਤ ਐਸਾ ਆਇਆ ਕਿ ਸਰਬ ਦਿਸ਼ਾ ਜੀਤੀ ਇੱਕ ਬਾਰੀ। ਸਾਰੀਆਂ ਦਿਸ਼ਾਵਾਂ ਜਿਹੜੀਆਂ ਸੀ ਉਹ ਜਿੱਤ ਲਈਆਂ ਗਈਆਂ। ਕੀ ਕੀਤਾ ਉਹਨਾਂ ਨੇ? ਰਾਜ ਸੋ, ਇਹ ਇੱਕ ਇਹਦੇ ਭਾਈ ਵੀਰ ਸਿੰਘ ਨੇ ਅਰਥ ਕੀਤੇ ਨੇ, ਇੱਕ ਜੱਗ ਹੁੰਦਾ ਹੈ। ਹੁਣ ਸਾਡਾ ਤੇ ਕੀ ਹੈ ਜੀ, ਉਹ ਜੀ ਅਮਕੇ ਨੇ ਜੱਗ ਕੀਤਾ। ਜੱਗ ਕੀ ਕੀਤਾ? ਕੋਈ 2 ਮਣ ਚੌਲ ਲਾ ਦਿੱਤੇ ਤੇ ਜੱਗ ਹੋ ਗਿਆ, ਚੌਲਾਂ ਦਾ ਜੱਗ ਹੋ ਗਿਆ ਜੀ। ਵੀ 80 ਕਿਲੋ ਚੌਲਾਂ ਨਾਲ ਜੱਗ ਹੁੰਦੇ ਨੇ। ਜੱਗ ਕਰਦੇ ਸੀ ਵੱਡੇ ਵੱਡੇ ਰਾਜੇ। ਜਦੋਂ ਤੁਸੀਂ ਪੁਰਾਤਨ ਕਥਾਵਾਂ ਸੁਣੋਗੇ ਤੇ ਪਤਾ ਨਹੀਂ ਉਹ ਕਿੰਨੇ ਕਿੰਨੇ ਲੱਖ ਕਰੋੜ ਰੁਪਏ ਖਰਚਦੇ ਹੋਣਗੇ ਜਦੋਂ ਜੱਗ ਕਰਦੇ ਸੀ। ਜਿੱਥੇ ਦੇਵੀਆਂ ਦੇਵਤੇ ਵੀ ਆ ਕੇ ਉੱਥੇ ਉਹ ਜੱਗ ਦੇ ਵਿੱਚ ਸ਼ਮੂਲੀਅਤ ਕਰਦੇ ਸੀ। ਇਹਨਾਂ ਨੇ ਕੀ ਕੀਤਾ? ਰਾਜਸੂ ਮੱਖ ਕੀਨੋ ਭਾਰੀ, ਇੱਕ ਬੜਾ ਵੱਡਾ ਇੱਕ ਜੱਗ ਇਹਨਾਂ ਪਾਂਡਵਾਂ ਨੇ ਕੀਤਾ। ਹਾਂਜੀ, ਅਮਿਤ ਪਦਾਰਥ ਘਰ ਮੈਂ ਆਏ, ਸਭ ਕੇ ਦਿਸ ਕੇ ਨ੍ਰਿਪ ਪਾਏ ਲਗਾਏ। ਅਮਿਤ ਪਦਾਰਥ ਘਰ ਮੈਂ ਆਏ, ਅਣਗਿਣਤ ਪਦਾਰਥ ਜਿਹੜੇ ਸੀ ਘਰ ਵਿੱਚ ਆ ਗਏ। ਸਭ ਦਿਸ਼ ਕੇ ਨ੍ਰਿਪ ਪਾਏ ਲਗਾਏ, ਸਾਰੇ ਦਿਸ਼ਾਵਾਂ ਦੇ ਜਿਹੜੇ ਰਾਜੇ ਸੀ ਉਹ ਆ ਕੇ ਚਰਨਾਂ ਨਾਲ ਲੱਗੇ। ਹਾਂਜੀ, ਦੁਰਯੋਧਨ ਕੇ ਟਿਗ ਇੱਕ ਕਾਲਾ, ਗਏ ਤਹਾਂ ਸਭ ਸਭਾ ਵਿਸਾਲਾ। ਉਹ ਪਾਂਡਵ ਜਿਨ੍ਹਾਂ ਨੇ ਰਾਜਸੂ ਜੱਗ ਕੀਤਾ, ਜਿਨ੍ਹਾਂ ਦੇ ਘਰ ਅਮਿਤ ਪਦਾਰਥ ਨੇ, ਜਿਨ੍ਹਾਂ ਦੇ ਕੋਲ ਆ ਕੇ ਦੁਨੀਆ ਦੇ ਰਾਜੇ ਝੁਕਦੇ ਸੀ। ਹੁਣ ਸੁਣੋ ਇੱਕ ਦਿਨ ਕੀ ਹੋਇਆ। ਇਹ ਪਾਂਡਵ ਦੁਰਯੋਧਨ ਕੋਲ ਗਏ। ਦੁਰਯੋਧਨ ਕੇ ਢਿੱਗ ਇੱਕ ਕਾਲਾ, ਗਏ ਤਹਾਂ ਜੈ ਸਭਾ ਵਿਸਾਲਾ। ਦੁਰਯੋਧਨ ਕੋਲ ਗਏ, ਉਹ ਵੀ ਇੱਕ ਰਾਜਾ ਸੀ। ਹੈ ਤੇ ਆਪਸ ਵਿੱਚ ਚਾਚੇ ਤਾਏ ਦੇ ਪੁੱਤ ਭਰਾ ਹੀ ਸਨ। ਆਪਸ ਵਿੱਚ ਇੱਕ ਆਪਸ ਵਿੱਚ ਇਹ ਜਿਹੜੇ ਸੀ ਇਹ ਪਾਂਡੋ ਦੇ ਪੁੱਤਰ ਸੀ। ਇਹ ਪਾਂਡਵ ਹੋ ਗਏ।
ਹੁਣ ਪਾਂਡਵ ਜਿਹੜੇ ਨੇ ਉਹ ਦੁਰਯੋਧਨ ਕੋਲ ਗਏ। ਦੁਰਯੋਧਨ ਦੀ ਅੱਗੇ ਸਭਾ ਲੱਗੀ ਹੋਈ ਸੀ। ਹਾਂਜੀ। ਬੈਠ ਜੂਪ ਤਿਨ ਸੰਗ ਮਚਾਵਾ, ਪ੍ਰਥਮ ਗਲਾਹ ਦਰਬ ਕੋ ਲਾਵਾ। ਇਹਨਾਂ ਨੇ ਉੱਥੇ ਬੈਠ ਕੇ ਜੂਆ ਖੇਡਿਆ। ਉਹਨੇ ਕਿਹਾ ਦੁਰਯੋਧਨ ਨੇ, ਆਓ ਆਓ ਭਰਾ, ਆਓ 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 ਆਪਾਂ 4 ਪੱਤੇ ਸੁੱਟਦੇ ਆ, ਜਿਵੇਂ ਅੱਜ ਕੱਲ੍ਹ ਜੁਆਰੀਏ ਤਾਸ਼ ਖੇਡਦੇ ਨੇ। ਇਹਨਾਂ ਨੇ ਜੂਆ ਖੇਡਣਾ ਸ਼ੁਰੂ ਕੀਤਾ। ਜਦੋਂ ਜੂਆ ਖੇਡਣਾ ਸ਼ੁਰੂ ਕੀਤਾ ਤੇ ਪਹਿਲਾ ਦਾ ਜਿਹੜਾ ਸੀ ਇਹਨਾਂ ਨੇ ਕੀ ਲਾਇਆ? ਉਹਨੇ ਕਿਹਾ ਵੀ ਕੀ ਦਾ ਤੇ ਕੀ ਲਾਓਗੇ ਜੀ? ਜੂਆ ਇਹੀ ਹੁੰਦਾ ਹੈ ਕਿ ਜੇ ਤੂੰ ਜਿੱਤ ਗਿਆ ਤੇ ਕੀ ਦੇਵੇਂਗਾ, ਜੇ ਮੈਂ ਹਾਰ ਗਿਆ ਤੇ ਮੈਂ ਕੀ ਦਿਆਂਗਾ। ਹਾਂਜੀ। ਬਹੁਰ ਮਤੰਗ ਤੁਰੰਗ ਹਰਾਏ, ਸਿਯੰਦਨ ਭੂਖਨ ਗ੍ਰਾਮ ਲਗਾਏ। ਪਹਿਲੀ ਬਾਜੀ ਖੇਡੀ ਤੇ ਧਨ ਲਾ ਦਿੱਤਾ। ਉਹਨਾਂ ਪਾਂਡਵਾਂ ਨੇ ਕਿਹਾ ਵੀ ਜਿੰਨਾ ਧਨ ਸਾਡੇ ਕੋਲ ਹੈ ਅਸੀਂ ਲਾਇਆ। ਦੁਰਯੋਧਨ ਜਿੱਤ ਗਿਆ। ਉਹਨੇ ਕਿਹਾ ਲਿਆਓ ਪੈਸੇ। ਜਦੋਂ ਸਾਰਾ ਧਨ ਹਾਰ ਗਏ, ਹੁਣ ਇਹਨਾਂ ਨੇ ਕੀ ਸੋਚਿਆ ਵੀ ਚੰਗੀ ਹੋਈ ਸਾਡੇ ਨਾਲ। ਆਏ ਸੀ ਦੁਰਯੋਧਨ ਨੂੰ ਮਿਲਣ ਤੇ ਕੱਪੜੇ ਲਵਾ ਕੇ ਚੱਲੇ ਆ, ਵੀ ਸਾਰਾ ਧਨ ਹੀ ਗਵਾ ਲਿਆ। ਇਹ ਦੁਰਯੋਧਨ ਨੂੰ ਕਹਿੰਦੇ ਵੀ ਨਹੀਂ, ਇੱਕ ਬਾਜੀ ਹੋਰ ਖੇਡਦੇ ਆ। ਉਹਨੇ ਕਿਹਾ ਖੇਡ ਲਓ। ਵੀ ਹੁਣ ਤੁਹਾਡੇ ਕੋਲ ਕੀ ਹੈ? ਬਹੁਰ ਮਤੰਗ ਤਰੰਗ ਹਰਾਏ, ਸਿਯੰਦਨ ਭੂਖਣ ਗ੍ਰਾਮ ਲਗਾਏ। ਇਹਨਾਂ ਨੇ ਜੀ ਜੂਆ ਖੇਡਣਾ ਸ਼ੁਰੂ ਕੀਤਾ। ਹਾਰਦੇ ਗਏ ਹਾਰਦੇ ਗਏ। ਪਹਿਲਾਂ ਇਹਨਾਂ ਨੇ ਧਨ ਹਾਰਿਆ, ਫਿਰ ਮਤੰਗ, ਮਤੰਗ ਕਹਿੰਦੇ ਨੇ ਹਾਥੀ। ਫਿਰ ਇਹਨਾਂ ਨੇ ਹਾਰੇ ਤੁਰੰਗ, ਤੁਰੰਗ ਕਹਿੰਦੇ ਨੇ ਘੋੜਿਆਂ ਨੂੰ। ਫਿਰ ਇਹਨਾਂ ਨੇ ਹਾਰੇ ਸਿਯੰਦਨ, ਸਿਯੰਦਨ ਕਹਿੰਦੇ ਨੇ ਰੱਥ। ਹਾਥੀ ਹਾਰੇ, ਘੋੜੇ ਹਾਰੇ, ਰੱਥ ਹਾਰੇ। ਫਿਰ ਇਹਨਾਂ ਨੇ ਭੂਖਣ, ਜਿੰਨੇ ਗਹਿਣੇ ਸੀ, ਜੋ ਹੀਰੇ ਮੋਤੀ ਸੋਨਾ ਚਾਂਦੀ ਸੀ, ਉਹ ਹਾਰ ਦਿੱਤਾ। ਖੇਡਦੇ ਰਹੇ ਹਾਰਦੇ ਰਹੇ। ਫਿਰ ਕਹਿਣ ਲੱਗੇ ਵੀ ਜਿੰਨੇ ਸਾਡੇ ਕੋਲ ਪਿੰਡ ਨੇ ਉਹ ਪਿੰਡ ਵੀ ਹਾਰ ਗਏ। ਨਗਰ ਦੇਸ਼ ਸਗਰੋ ਜਿਤਵਾਵਾ, ਵਿਪਨ ਜਾਵਨੋ ਪੁਨ ਠਹਿਰਾਵਾ। ਹੌਲੀ ਹੌਲੀ ਕਹਿਣ ਲੱਗੇ ਜੀ ਨਗਰ ਹਾਰਨੇ ਸ਼ੁਰੂ ਕਰ ਦਿੱਤੇ, ਪਿੰਡ ਹਾਰਨੇ ਸ਼ੁਰੂ ਕਰ ਦਿੱਤੇ। ਅਖੀਰ ਆਪਣਾ ਦੇਸ਼ ਵੀ ਇਹਨਾਂ ਨੇ ਜੂਏ ਤੇ ਲਾ ਦਿੱਤਾ, ਉਹ ਵੀ ਹਾਰ ਗਏ। ਜਦੋਂ ਦੇਸ਼ ਹਾਰ ਗਏ, ਉਹ ਕਹਿੰਦੇ ਵੀ ਜਾਓ ਹੁਣ। ਕਹਿੰਦਾ ਵੀ ਨਹੀਂ, ਸ਼ਾਇਦ ਮੋੜਾ ਪੈ ਜਾਏ। ਕਹਿਣ ਲੱਗੇ ਵੀ ਇੱਕ ਅਜੇ ਅਸੀਂ ਹੋਰ ਖੇਡ ਖੇਡਣੀ। ਕਹਿੰਦੇ ਕੀ? ਕਹਿੰਦੇ ਜੇ ਹੁਣ ਹਾਰ ਗਏ ਤਾਂ ਅਸੀਂ ਇਹ ਦੇਸ਼ ਛੱਡ ਕੇ ਅਸੀਂ ਜੰਗਲ 'ਚ ਚਲੇ ਜਾਵਾਂਗੇ, ਅਸੀਂ ਦੇਸ਼ ਵਿੱਚ ਹੀ ਨਹੀਂ ਰਵਾਂਗੇ। ਉਹ ਵੀ ਹਾਰ ਗਏ। ਹਾਂਜੀ। द्रुपद सुता जब ही दिए हारी, ਮੰਦ ਮਤੇ ਹਰਖੇ ਉਰ ਭਾਰੀ। ਫਿਰ ਜਦੋਂ ਤੁਰਨ ਲੱਗੇ ਤੇ ਕਿਸੇ ਨੇ ਕਹਿ ਦਿੱਤਾ, ਕਹਿਣ ਲੱਗੇ ਉਹ ਕਮਲਿਓ ਅਜੇ ਵੀ ਹੋ ਸਕਦਾ ਮੋੜਾ ਪੈ ਜਾਏ, ਆ ਦ੍ਰੋਪਦੀ ਲਾ ਕੇ ਵੇਖ ਲਓ। ਉਹਨਾਂ ਨੇ ਦ੍ਰੋਪਦੀ ਵੀ ਦਾਤੇ ਲਾਤੀ। ਦ੍ਰੁਪਦ ਰਾਜੇ ਦੀ ਧੀ ਦ੍ਰੋਪਦੀ, ਉਹ ਵੀ ਜੂਏ ਵਿੱਚ ਹਾਰ ਗਏ। ਹਾਂਜੀ। ਰਿਤ ਯੁਤ ਹੋਤੀ ਕੇਸ ਗਹਿਆਨੀ, ਕਿਨਹੋ ਛਰਾਵਨ ਕੀ ਨਾ ਬਖਾਨੀ। ਕਹਿੰਦੇ ਗਰਮੀ ਦਾ ਸਮਾਂ ਸੀ ਤੇ ਦ੍ਰੋਪਦੀ ਆਖਰ ਰਾਜੇ ਦੀ ਪਤਨੀ ਸੀ, 5 ਪਾਂਡਵਾਂ ਦੀ ਪਤਨੀ ਸੀ। ਉਹ ਤੇ ਆਪਣੇ ਮਹਿਲਾਂ ਦੇ ਵਿੱਚ ਵਾਲ ਖਿਲਾਰ ਕੇ ਬੈਠੀ ਸੀ। ਜਦੋਂ ਹਾਰ ਗਈ, ਇਹ ਹਾਰ ਗਏ ਜੂਏ ਵਿੱਚ ਉਹਨੂੰ, ਤੇ ਦੁਰਯੋਧਨ ਨੇ ਕਿਹਾ ਵੀ ਜਾਓ ਵਾਲਾਂ ਤੋਂ ਫੜ ਕੇ ਲਿਆਓ। ਉਹ ਵਾਲਾਂ ਤੋਂ ਫੜ ਕੇ ਉੱਥੇ ਦਰਬਾਰ ਵਿੱਚ ਲੈ ਉਹਨਾਂ ਨੇ ਹਾਜ਼ਰ ਕਰ ਦਿੱਤੀ। ਲੈਣ ਦੀ ਖਿੱਚ ਕੇ ਉਹਦੇ ਬੰਦਿਆਂ ਨੇ, ਉਹਨੇ ਆਪਣੇ ਸਿਪਾਹੀ ਭੇਜੇ। ਉਹ ਦ੍ਰੋਪਦੀ ਨੂੰ ਜਿਹੜੀ ਵਾਲ ਸੁਕਾ ਰਹੀ ਸੀ ਨਹਾ ਕੇ, ਉਹਨਾਂ ਨੇ ਫੜ ਕੇ ਲੈ ਆਂਦੀ। ਹਾਂਜੀ। ਠਾਂਡੀ ਕਰਕੇ ਸਭਾ ਮੰਝਾਰੀ, ਕਹਿਣ ਲਗੇ ਦੇਹੋ ਚੀਰ ਉਤਾਰੀ। ਹੁਣ ਦੁਰਯੋਧਨ ਨੇ ਹੁਕਮ ਕੀਤਾ, ਜਦੋਂ ਸਭਾ ਦੇ ਵਿੱਚ ਆ ਕੇ ਖਲੋਤੀ,
ਕਹਿਣ ਲੱਗਾ ਮੇਰਾ ਹੁਕਮ ਇਹਦੇ ਕੱਪੜੇ ਉਤਾਰ ਦਿਓ, ਇਹਦਾ ਚੀਰ ਹਰਨ ਕੀਤਾ ਜਾਏ। ਹਾਂਜੀ। ਲੱਗੇ ਉਤਾਰਨ ਰਹਿ ਗਏ ਹਾਰੀ, ਲਖੇ ਨਾ ਸਾਰੀ ਕੀ ਜਨ ਨਾਰੀ। ਪਰ ਉਹ ਹਾਰ ਗਏ, ਉਹਦੇ ਕੱਪੜੇ ਉਤਾਰਦੇ ਉਤਾਰਦੇ ਹਾਰ ਗਏ, ਪਰ ਉਹ ਦ੍ਰੋਪਦੀ ਨੂੰ ਨਗਨ ਨਾ ਕਰ ਸਕੇ, ਉਹਦਾ ਚੀਰ ਹਰਨ ਨਾ ਕਰ ਸਕੇ। ਪਰ ਇਹ ਜਿਹੜੇ ਪਾਂਡਵ ਸਨ ਉਹਦੀ ਮਦਦ ਵੀ ਨਾ ਕਰ ਸਕੇ, ਦੁਰਯੋਧਨ ਨੂੰ ਰੋਕ ਵੀ ਨਾ ਸਕੇ, ਕਿਉਂਕਿ ਉਹ ਤੇ ਸਾਰਾ ਕੁਝ ਹਾਰ ਚੁੱਕੇ ਸਨ। ਹਾਂਜੀ। ਸਭਾ ਬਿਖੇ ਅੰਬਰ ਅੰਬਾਰੋ, ਲੱਗਿਓ ਮਹਾਨ ਪਾਇਤ ਪਾਰੋ। ਕਹਿੰਦੇ ਸਭਾ ਦੇ ਵਿੱਚ ਕੱਪੜਿਆਂ ਦੇ ਅੰਬਾਰ ਲੱਗ ਗਏ, ਵੱਡੇ ਵੱਡੇ ਢੇਰ ਲੱਗ ਗਏ, ਪਰ ਉਹ ਦ੍ਰੋਪਦੀ ਦਾ ਚੀਰ ਹਰਨ ਨਹੀਂ ਕਰ ਸਕੇ। ਦੁਤੀ ਦਿਸ਼ਾ ਕੇ ਨਰ ਨਾ ਦਿਸਾਈ, ਅਸ ਰੱਖਿਆ ਕੀਨੀ ਜਗ ਸਾਈ। ਪਰ ਇੱਥੇ ਕੀ ਹੋਇਆ? ਇੱਥੇ ਕਹਿੰਦੇ ਪਰਮਾਤਮਾ ਨੇ ਉਹਦੀ ਰਾਖੀ ਕੀਤੀ, ਉਹਦੀ ਪੱਤ ਰੱਖ ਲਈ, ਉਹਦੀ ਇੱਜ਼ਤ ਰੱਖੀ। ਪਰ ਹੋਇਆ ਕਿਵੇਂ? ਜਦੋਂ ਉਸ ਦ੍ਰੋਪਦੀ ਨੂੰ ਰਾਮ ਨਾਮ ਸੁਧ ਆਈ, ਜਦੋਂ ਉਹਨੇ ਉੱਥੇ ਪਰਮਾਤਮਾ ਨੂੰ ਯਾਦ ਕੀਤਾ। ਹੁਣ ਉਹ ਜਿਹੜੀ ਸਨਾਤਨ ਮਤ ਦੀ ਕਥਾ ਉਹਦੇ ਵਿੱਚ ਵੀ ਉਹਨੇ ਕ੍ਰਿਸ਼ਨ ਜੀ ਨੂੰ ਸਿਮਰਿਆ, ਕਿਉਂਕਿ ਉਸ ਯੁੱਗ ਦੇ ਅਵਤਾਰ ਸਨ। ਪਰ ਉਹਦਾ ਨਟਸਲ ਭਾਵ ਇਹੀ ਹੈ ਕਿ ਉੱਥੇ ਜਿੰਨੇ ਵੱਡੇ ਵੱਡੇ ਵਿਅਕਤੀ ਬੈਠੇ ਸਨ, 5 ਪਾਂਡਵ ਵੀ ਬੈਠੇ ਸਨ, ਕਿਸੇ ਨੇ ਮਦਦ ਨਹੀਂ ਕੀਤੀ। ਅਖੀਰ ਜਾਂ ਪਰਮਾਤਮਾ ਨੂੰ ਕਹਿ ਲਓ ਜਾਂ ਪਰਮਾਤਮਾ ਦੇ ਅਵਤਾਰੀ ਪੁਰਖ ਨੂੰ ਕਹਿ ਲਓ ਕਿ ਉਸਨੇ ਉਹਦੀ ਪੱਤ ਢੱਕੀ। ਹਾਂਜੀ। ਬਹਰੋ ਗਮਨੇ ਵਿਪਨ ਮੰਝਾਰਾ, ਰਹੇ ਤਹਾਂ ਸਹਿ ਕਸ਼ਟ ਅਪਾਰਾ। ਫਿਰ ਕੀ ਹੋਇਆ? ਦੁਰਯੋਧਨ ਨੇ ਕਿਹਾ ਵੀ ਜਾਓ, ਨਿਕਲੋ। ਹੁਣ ਜਦੋਂ ਦੁਰਯੋਧਨ ਦੀ ਸਭਾ ਚੋਂ ਪਾਂਡਵ ਨਿਕਲੇ, ਨਾ ਪਾਂਡਵਾਂ ਕੋਲ ਹਾਥੀ, ਨਾ ਘੋੜੇ, ਨਾ ਰੱਥ, ਕੁਛ ਵੀ ਨਹੀਂ ਸੀ। ਨਾ ਸੋਨਾ, ਨਾ ਚਾਂਦੀ, ਨਾ ਹੀਰੇ, ਨਾ ਮੋਤੀ, ਨਾ ਪਿੰਡ, ਨਾ ਸ਼ਹਿਰ, ਨਾ ਦੇਸ਼। ਉਹਨੇ ਕਿਹਾ ਚਲੋ ਕਰੋ, ਜਲਾਵਤਨੀ ਕਰੋ, ਮੇਰੇ ਦੇਸ਼ ਤੋਂ ਬਾਹਰ ਜਾਓ। ਹੁਣ ਇਹ ਜੰਗਲ ਨੂੰ ਜਾਂਦੇ ਨੇ। ਹਾਂਜੀ। ਦਵਾਦਸ਼ ਸੰਮਤ ਫਿਰਤ ਬਿਤਾਏ, ਤ੍ਰੋਦਸਵੇਂ ਦੁਰਨੋਂ ਠਹਿਰਾਏ। 12 ਸਾਲ ਜੰਗਲ ਵਿੱਚ ਭਟਕਦੇ ਰਹੇ ਪਾਂਡਵ। ਕੀ ਆਪਾਂ ਸੋਚ ਸਕਦੇ ਵੀ ਇਦਾਂ ਵੀ ਹੋ ਸਕਦਾ ਹੈ? ਅੱਜ ਆਪਾਂ ਵੇਖਦੇ ਹਾਂ ਕਿਸੇ ਦਾ ਟੈਕਸੀਆਂ ਦਾ ਕਾਰੋਬਾਰ ਸੀ, ਕਿਸੇ ਦਾ ਟਰੱਕਾਂ ਦਾ ਸੀ, ਕਿਸੇ ਦੀਆਂ ਫੈਕਟਰੀਆਂ ਸੀ, ਕਿਸੇ ਦੀਆਂ ਦੁਕਾਨਾਂ ਸੀ, ਬੜਾ ਵਧੀਆ ਸੀ। 4 ਦਿਨ ਹੁੰਦੇ ਨੇ, ਬੰਦੇ ਦੇ ਦਿਨ ਘੁੰਮ ਜਾਂਦੇ ਨੇ, ਕੁਛ ਵੀ ਨਹੀਂ ਰਹਿ ਜਾਂਦਾ ਉਹਦੇ ਕੋਲੇ। ਆਪਾਂ ਫਿਰ ਉੱਥੇ ਕਹਿਣਾ ਸ਼ੁਰੂ ਕਰ ਦਿੰਦੇ ਹਾਂ, ਉਹ ਨਲਾਇਕ ਸੀ ਜੀ, ਔਲਾਦ ਚੰਗੀ ਨਹੀਂ ਸੀ ਜੀ, ਉਹ ਜੀ ਸ਼ਰਾਬ ਪੀਂਦੇ ਸੀ ਜੀ। ਇਹ ਸਾਰੀਆਂ ਗੱਲਾਂ ਸੈਕੰਡਰੀ ਨੇ। ਅਸਲ ਵਿੱਚ ਇਹ ਹੋਣਾ ਹੁੰਦਾ ਹੈ, ਤੁਹਾਡੇ ਪੂਰਬਲੇ ਕਰਮਾਂ ਦਾ ਇਹ ਪੁੰਨ ਫਲ ਹੈ ਕਿ ਅੱਗੋਂ ਪਿਓ ਦਾਦੇ ਕਮਾਉਂਦੇ ਰਹੇ। ਹੁਣ ਰੱਬ ਨੇ ਧਿਆਨ ਉੱਥੇ ਵੀ ਸਭ ਕੁਝ ਗਵਾਚਣਾ ਹੈ। ਗਵਾਚਣਾ ਤੇ ਕੀ ਹੋਇਆ? ਘਰ 'ਚ ਇੱਕ ਨਲਾਇਕ ਪੈਦਾ ਹੋ ਗਿਆ, ਉਹਨੇ ਸਾਰਾ ਕੁਝ ਧੋ ਕੇ ਰੱਖ ਦਿੱਤਾ। ਕੀ ਨਲਾਇਕ ਔਲਾਦ ਸਾਰਿਆਂ ਦੇ ਘਰਾਂ 'ਚ ਹੁੰਦੀ ਹੈ? ਨਹੀਂ ਹੁੰਦੀ। ਪਰ ਜਿਨ੍ਹਾਂ ਦੀ ਮਾੜੀ ਕਿਸਮਤ ਹੋਵੇ ਉਹਨਾਂ ਦੇ ਹੋ ਜਾਂਦੀ ਹੈ। ਕਿ ਚੰਗੇ ਬੱਚੇ ਸਾਰਿਆਂ ਦੇ ਘਰਾਂ 'ਚ ਹੁੰਦੇ ਨੇ? ਨਹੀਂ ਹੁੰਦੇ। ਪਰ ਜਿਨ੍ਹਾਂ ਦੇ ਕਰਮ ਚੰਗੇ ਹੋਣ ਉਹਨਾਂ ਦੇ ਹੋ ਜਾਂਦੇ ਨੇ। ਅੱਜ ਅਸੀਂ ਰੋਜ਼ ਸੁਣਦੇ ਹਾਂ, ਆਟੋ ਰਿਕਸ਼ੇ ਵਾਲੇ ਦਾ ਮੁੰਡਾ IAS ਬਣ ਗਿਆ ਜੀ, ਉਹ ਜੀ ਰੇਹੜੀ ਲਾਉਣ ਵਾਲੇ ਦਾ ਬੱਚਾ ਜਿਹੜਾ ਸੀ ਉਹ IAS ਬਣ ਗਿਆ ਜੀ। ਬਣ ਸਕਦਾ ਹੈ। ਪਿੱਛੇ ਪੰਜਾਬ ਦੇ ਵਿੱਚ ਕਿੱਡਾ ਵੱਡਾ ਕਾਂਡ ਹੋਇਆ, 2 ਥਾਣੇਦਾਰ ਮਰੇ, ਜਿਨ੍ਹਾਂ ਮੁੰਡਿਆਂ ਨੇ ਮਾਰੇ ਪਤਾ ਲੱਗਾ ਵੀ ਉਹ ਮੁੰਡਾ ਖੁਦ ਇੱਕ ਪੁਲਿਸ ਅਫਸਰ ਦਾ ਮੁੰਡਾ ਸੀਗਾ। ਹੁਣ ਕੀ ਹਾਲਾਤ ਬਣੇ, ਮੈਂ ਉਹਦੇ
पोस्टमार्टम च नहीं जाना चाहता, पर ਉਹਦੇ ਨਾਲ ਉਹ ਬੱਚੇ ਦਾ ਵੀ ਐਂਡ ਹੋਇਆ। ਉਹ ਬਾਪ ਦੀ ਕੀ ਹਾਲਤ ਬਣੀ, ਘਰ ਦਾ ਕੀ ਬਣੂਗਾ। ਪਰ ਇਹ ਕੀ ਹੈ, ਇਹ ਪੂਰਬਲੇ ਕਰਮ ਨੇ, ਕੌਣ ਰੋਕ ਸਕਦਾ। ਜੇ ਉਹਦੀ ਹਿਸਟਰੀ ਪੜ੍ਹੋ ਤੇ ਬੱਚਾ ਐਥਲੀਟ ਸੀ, ਸਪੋਰਟਸ ਕਰਦਾ ਸੀ ਬੱਚਾ। ਸਪੋਰਟਸ ਕਰਨ ਵਾਲੇ ਬੱਚੇ ਤੇ 골ਡ ਮੈਡਲਿਸਟ ਹੁੰਦੇ ਨੇ, ਉਹ ਤੇ ਸਿੱਧੇ DSP ਭਰਤੀ ਹੋ ਜਾਂਦੇ ਨੇ। ਪਰ ਕਰਮ ਵੇਖੋ ਕਿੱਥੋਂ ਕਿੱਦਾਂ ਕੁਦਰਤ ਕਿਵੇਂ ਘਮਾਉਂਦੀ ਹੈ ਬੰਦੇ ਨੂੰ। ਇਸ ਕਰਕੇ ਜਦੋਂ ਵੀ ਗੁਰੂ ਦੇ ਦਰ ਤੇ ਆਉਣਾ, ਹੱਥ ਹੀ ਜੋੜਨੇ ਨੇ। ਦਾਵਾ ਕੋਈ ਨਹੀਂ ਹੈ। ਰੱਬ ਕੀ ਕਰੇ, ਕਿੱਥੇ ਕੌਣ ਕਿੱਥੇ ਚਲਾ ਜਾਏ, ਇਸ ਦਾ ਕੋਈ ਪਤਾ ਨਹੀਂ ਹੈ। ਇਸੇ ਕਰਕੇ ਸਤਿਗੁਰੂ ਬਾਣੀ 'ਚ ਰੋਜ਼ ਸਮਝਾਉਂਦੇ ਨੇ ਕਿ ਨਦਰ ਉਹ ਪੱਠੀ ਜੇ ਕਰੇ ਸੁਲਤਾਨਾ ਘਾਹ ਕਰਾਏਂਦਾ। ਤੁਹਾਨੂੰ ਘਾਈ ਬਣਾ ਦੇਗਾ ਰਾਜੇ ਤੋਂ, ਦਾਤਰੀ ਰੰਬੀ ਹੱਥ 'ਚ ਫੜਾ ਦੇਗਾ ਵੀ ਆ ਲੈ ਫੜ ਬਈ, ਆ ਫੜ ਪੱਲੀ, ਫੜ ਕੱਪੜਾ, ਫੜ ਚਾਦਰ, ਚੱਲ ਚੱਲ ਕੇ ਘਾਹ ਖੋਤਿਆ ਕਰ। ਵੱਡੇ ਵੱਡੇ ਰਾਜਿਆਂ ਤੋਂ ਭਿੱਖਿਆ ਮੰਗਾ ਦਿੱਤੀ ਰੱਬ ਨੇ। ਇਹੀ ਕਥਾ ਇੱਥੇ ਪਾਂਡਵਾਂ ਦੀ ਹੈ। ਕਿੱਥੇ ਰਾਜਸੂ ਜੱਗ ਕਰਨ ਵਾਲੇ, ਕਿੱਥੇ ਅੱਜ ਸਾਰਾ ਕੁਝ ਹਾਰ ਗਏ। 12 ਸਾਲ ਉਹ ਜੰਗਲ ਵਿੱਚ ਭਟਕਦੇ ਰਹੇ। ਹਾਂਜੀ, हुतो बराठ मदर अवनीपा, पहुँचे तिह के जाए समीपा। ਜਦੋਂ 13ਵਾਂ ਸਾਲ ਆਇਆ, ਇਹ ਪਹੁੰਚਦੇ ਨੇ ਬਰਾਠ। ਬਰਾਠ ਇੱਥੇ ਕਵੀ ਜੀ ਨੇ ਲਿਖਿਆ ਹੈ, ਇਹ ਪੰਜਾਬ ਹੈ, ਪੁਰਾਣਾ ਪੰਜਾਬ ਜਿਹਨੂੰ ਕਹਿੰਦੇ ਸੀ। ਇਹ ਫਿਰ ਦੇਖੋ ਜਿਹੜਾ 11ਵਾਂ ਪਾਂਡਵਾਂ ਦਾ ਯੁੱਧ ਹੋਇਆ, ਇੱਥੇ ਕੁਰੂਕਸ਼ੇਤਰ ਹੋਇਆ। ਇਹ ਕੋਈ ਬਾਹਰਲੀ ਧਰਤੀ ਦਾ ਨਹੀਂ ਹੈ। ਹਸਤਨਾਪੁਰ ਇੱਥੇ ਹੈ, ਆ ਦਿੱਲੀ ਦੇ ਬਿਲਕੁਲ ਕੋਲ ਹੀ ਹੈ, ਜਿਸ ਦੀ ਰਾਜਧਾਨੀ ਵਾਸਤੇ ਲੜਦੇ ਸੀ। ਇਹ ਪਾਂਡਵ ਜੰਗਲ ਵਿੱਚ ਭਟਕਦੇ ਭਟਕਦੇ ਭਟਕਦੇ, ਜਿੱਥੇ ਸ਼੍ਰੀ ਰਾਮਚੰਦਰ ਪੈਦਾ ਹੋਏ, ਆ ਸਾਡੇ ਕੋਲ ਅਯੁੱਧਿਆ ਹੈ। ਦਿੱਲੀ ਤੋਂ ਬਹੁਤੀ ਦੂਰ ਨਹੀਂ ਹੈ। ਜਿੱਥੇ ਅੱਜ ਕੱਲ੍ਹ ਚੰਦਰ ਜੀ ਦਾ ਉਹ ਰਾਮ ਮੰਦਰ ਬਣ ਰਿਹਾ, ਉਹ ਕੋਈ ਬਹੁਤੀ ਦੂਰ ਤਾਂ ਹੈ ਨਹੀਂ। ਇਹ ਸਾਰੀਆਂ ਕਥਾ ਇਸੇ ਧਰਤੀ ਦੀਆਂ ਹੀ ਨੇ। ਹੁਣ ਪਾਂਡਵ ਕੀ ਕੀਤਾ, ਪਾਂਡਵ 13ਵੇਂ ਸਾਲ ਕਹਿੰਦੇ ਮਦਰ ਦੇਸ਼ ਚਲੇ ਗਏ। ਮਦਰ ਤੋਂ ਇੱਥੇ ਭਾਵ ਲਿਖਿਆ ਹੈ ਪੰਜਾਬ। ਪੰਜਾਬ ਦੇ ਵਿੱਚ ਵੀ ਉਹਨਾਂ ਨੇ ਆਖਿਆ ਵੀ ਇਹ ਜੇਹਲਮ ਰਾਵੀ ਦਾ ਇੱਕ ਹਿੱਸਾ ਹੈ, ਜਿੱਥੇ ਜਾ ਕੇ ਪਾਂਡਵਾਂ ਨੇ ਆਪਣਾ 13ਵਾਂ ਸਾਲ ਕੱਟਿਆ। ਜਦੋਂ ਉੱਥੇ ਗਏ ਤੇ ਉੱਥੋਂ ਦਾ ਇੱਕ ਰਾਜਾ ਹੈ ਮਦਰ ਅਵਨੀਪਾ। ਹਾਂਜੀ, धर्मस चौपर के रखडावा, केक नाम अपनो तरवावा। ਉਸ ਰਾਜੇ ਦਾ ਨਾਂ ਆਉਂਦਾ ਹੈ ਵਿਰਾਟ। ਰਾਜੇ ਦਾ ਨਾਂ ਵਿਰਾਟ ਹੈ, ਮਦਰ ਦੇਸ਼ ਹੈ, ਜੇਹਲਮ ਰਾਵੀ ਦੇ ਕੋਲ। ਇਹਦਾ ਕਵੀ ਜੀ ਨੇ ਇੱਥੇ ਜ਼ਿਕਰ ਕੀਤਾ। ਪਹੁੰਚੇ ਤਹਿ ਕੇ ਜਾਏ ਸਮੀਪਾ। ਹੁਣ ਉਸ ਰਾਜੇ ਨੂੰ ਜਾ ਕੇ ਕਹਿੰਦੇ ਨੇ, ਪੰਜੋ ਪਾਂਡਵ ਨੇ, ਨਾਲ ਦ੍ਰੋਪਦੀ ਹੈ, ਕਿ ਸਾਨੂੰ ਜੀ ਨੌਕਰ ਰੱਖ ਲਓ, ਸਾਨੂੰ ਆਪਣੇ ਘਰ ਵਿੱਚ ਨੌਕਰ ਰੱਖ ਲਓ। ਹੁਣ ਨੌਕਰ ਰੱਖਣ ਲਈ ਕੀ ਕੀਤਾ, ਧਰਮਜ ਚੌਪਰ ਕੇਰ ਖਡਾਵਾ। ਜਿਹੜਾ ਯੁਧਿਸ਼ਟਰ ਸੀ, ਕੰਕ ਨਾਮ ਆਪਣੋ ਤਰਵਾਵਾ। ਉਹਨੇ ਰਾਜੇ ਨੇ ਪੁੱਛਿਆ ਵਿਰਾਟ ਨੇ ਵੀ ਤੇਰਾ ਨਾਂ ਕੀ ਹੈ। ਕਹਿੰਦਾ ਜੀ ਨਾਂ ਮੇਰਾ ਕੰਕ ਹੈ। ਉਹ ਕਹਿੰਦਾ ਵੀ ਤੈਨੂੰ ਕੰਮ ਕੀ ਆਉਂਦਾ ਹੈ। ਕਹਿੰਦਾ ਜੀ ਮੈਨੂੰ ਚੌਪੜ ਖੇਡਣੀ ਆਉਂਦੀ ਹੈ, ਮੈਂ ਸਿਖਾ ਸਕਦਾ। ਅਸਲ 'ਚ ਜੂਆ ਹੀ ਖੇਡਿਆ ਸੀ ਨਾ, ਤੇ ਜੂਏ 'ਚ ਹੀ ਸਾਰਾ ਕੁਝ ਆ ਰਿਹਾ ਸੀ। ਹੁਣ ਉੱਥੇ ਜਾ ਕੇ ਕਹਿਣ ਲੱਗਾ ਜੀ ਮੈਂ ਚੌਪੜ ਖੇਡਣੀ ਸਿਖਾ ਸਕਦਾ। ਇਹਨੇ ਆਪਣਾ ਨਾਮ ਬਦਲਿਆ ਪਾਂਡਵ ਨੇ, ਤੇ ਕੰਕ ਰੱਖ ਲਿਆ। ਹਾਂਜੀ, भीम रसोईया बल्लभ नामो, भोजन करन कीन सब कामो। ਜਿਹੜਾ ਭੀਮ ਸੀ, ਰਾਜੇ ਨੇ ਪੁੱਛਿਆ ਵੀ ਤੇਰਾ ਕੀ ਨਾਂ ਹੈ। ਕਹਿੰਦਾ ਜੀ ਮੇਰਾ ਨਾਂ ਹੈ ਬੱਲਭ। ਕਿ ਕੰਮ ਕੀ ਕਰੇਗਾ। ਕਹਿਣ ਲੱਗਾ ਜੀ ਮੈਨੂੰ ਖਾਣਾ ਬੜਾ ਵਧੀਆ ਤਿਆਰ ਕਰਨਾ ਆਉਂਦਾ। ਇਹ ਜਾ ਕੇ ਰਸੋਈਆ ਲੱਗ ਗਿਆ ਵਿਰਾਟ ਰਾਜੇ ਦੇ ਕੋਲ। ਯੁਧਿਸ਼ਟਰ ਚੌਪੜ ਖਡਾਉਣ ਲੱਗ ਗਿਆ।
ਭੀਮ ਉਹਦੇ ਘਰ ਖਾਣਾ ਪਕਾਉਣ ਲੱਗ ਗਿਆ, ਰਸੋਈਆ ਬਣ ਗਿਆ। ਯੁਧਿਸ਼ਟਰ ਦਾ ਨਾਮ ਕੰਕ ਹੈ, ਭੀਮ ਦਾ ਨਾਮ ਬਲਬ ਹੈ। ਹਾਂਜੀ। ਸ਼ਸਤਰ ਅਸਤਰ ਧਰ ਬਾਹਰ ਸਭ ਹੀ, ਭਾਵੇ ਹੰਡਲਾ ਅਰਜਨ ਤਬ ਹੀ। ਇਹਨਾਂ ਨੇ ਆਪਣੇ ਸ਼ਸਤਰ ਕਿਤੇ ਲੁਕੋ ਦਿੱਤੇ ਸਨ। ਜਦੋਂ ਇਹ ਵਿਰਾਟ ਰਾਜੇ ਕੋਲ ਗਏ ਤੇ ਖਾਲੀ ਹੱਥ ਗਏ ਨੇ, ਕੋਈ ਧਨੁਸ਼ ਨਹੀਂ, ਕੋਈ ਤੀਰ ਨਹੀਂ, ਇਹਨਾਂ ਕੋਲ ਕੁਛ ਨਹੀਂ ਹੈ। ਹੁਣ ਅਰਜਨ ਜਿਹੜਾ ਹੈ ਉਹਨੇ ਆਪਣਾ ਨਾਮ ਬਦਲਿਆ, ਉਹਦਾ ਨਾਮ ਬਣ ਗਿਆ ਬਿਹੰਡੜਾ, ਨਿਰਤਕਾਰੀ ਸਿਖਾਉਣ ਵਾਲਾ। ਐਡਾ ਵੱਡਾ ਮਹਾਬਲੀ ਅਰਜਨ। ਹਾਂਜੀ। ਪੁੱਤਰਾ ਹੋਤੇ ਬਰਾਠ ਕੁਮਾਰੀ, ਲੱਗਿਓ ਸਿਖਾਵਨ ਤਹਿ ਨ੍ਰਿਤਕਾਰੀ। ਵਿਰਾਟ ਰਾਜੇ ਦੀ ਧੀ ਦਾ ਨਾਂ ਸੀ ਉਤਰਾ। ਇਹ ਇਹਨੇ ਕਿਹਾ ਜੀ ਮੈਨੂੰ ਨਿਰਤਕਾਰੀ ਬੜੀ ਵਧੀਆ ਆਉਂਦੀ ਹੈ, ਮੈਨੂੰ ਨੱਚਣਾ ਟੱਪਣਾ ਬੜਾ ਵਧੀਆ ਆਉਂਦਾ ਹੈ। ਉਹਨੇ ਕਿਹਾ ਮੇਰੀ ਧੀ ਨੂੰ ਸਿਖਾ ਦੇ। ਹੁਣ ਅਰਜਨ ਵਿਰਾਟ ਰਾਜੇ ਦੀ ਧੀ ਨੂੰ ਨਿਰਤਕਾਰੀ ਸਿਖਾਉਂਦਾ ਹੈ। ਬਸ ਨੱਚਣ ਟੱਪਣ ਤੋਂ ਆ ਹੋਣ ਵਾਲਾ ਨਾ ਕੱਢ ਲੈਣਾ, ਉਹ ਜਿਹੜਾ ਅੱਜ ਕੱਲ੍ਹ ਵੇਖਿਆ ਹੀ ਹੋਣਾ ਤੁਸੀਂ। ਮੈਂ ਤਾਂ ਆਪ ਬੜਾ ਪਰੇਸ਼ਾਨ ਹੁੰਦਾ ਵੀ ਸਾਡੀਆਂ ਧੀਆਂ ਭੈਣਾਂ ਐ ਬਾਹਾਂ ਮਾਰੀ ਜਾਂਦੀਆਂ ਨੇ, ਪਤਾ ਨਹੀਂ ਕੀ ਕਰੀ ਜਾਂਦੀਆਂ ਨੇ। ਜੇ ਨੱਚਣਾ ਵੀ ਹੈ ਤੇ ਉਹਦਾ ਕੋਈ ਤਰੀਕਾ ਤੇ ਹੋਏਗਾ, ਉਹਦਾ ਕੋਈ ਢੰਗ ਹੋਏਗਾ, ਉਹਦੀ ਕੋਈ ਮਰਿਆਦਾ ਹੋਏਗੀ, ਉਹਦੇ ਕੋਈ ਬੋਲ ਹੋਣਗੇ, ਕੋਈ ਤਾਲ ਹੋਏਗਾ। ਇੱਥੇ ਕੁਝ ਵੀ ਨਹੀਂ। ਮਤਲਬ ਜਿੰਨਾ ਤੁਸੀਂ ਸਟੇਜ ਤੇ ਚੜ੍ਹ ਕੇ ਜ਼ਿਆਦਾ ਖਲਾਰਾ ਜਿਹਾ ਪਾ ਦਿਓ, ਉਹਨਾਂ ਹੀ ਬਹੁਤਾ ਨਾ ਵਧੀਆ ਨੱਚਦਾ ਜੀ। ਨਿਰਤਕਾਰੀ ਆਪਣੇ ਆਪ ਦੇ ਵਿੱਚ ਇੱਕ ਭਗਤੀ ਹੈ। ਬੜੇ ਬੜੇ ਵੱਡੇ ਨਿਰਤਕਾਰੀ ਲੋਕ ਹੋਏ ਨੇ, ਇਸਤਰੀਆਂ ਹੋਈਆਂ ਨੇ, ਪੁਰਖ ਹੋਏ ਨੇ। ਅਰਜਨ ਜਿਹੜਾ ਸੀ ਉਹਦੀ ਧੀ ਉਤਰਾ ਨੂੰ ਹੁਣ ਨਿਰਤਕਾਰੀ ਸਿਖਾਉਂਦਾ ਹੈ। ਹਾਂਜੀ। ਬਾਜ ਪਾਲ ਕੋ ਬੇਖ ਬਨਾਈ, ਰਹਿਓ ਨਕੁਲ ਨ੍ਰਿਪ ਕੇ ਟਿਕ ਜਾਈ। ਇਸ ਤਰ੍ਹਾਂ ਘੋੜਿਆਂ ਦੇ ਪਾਲਣ ਵਾਲਾ, ਘੋੜਿਆਂ ਦੀ ਸੰਭਾਲ ਕਰਨ ਵਾਲਾ ਨਕਲ ਬਣ ਕੇ, ਨਕਲ ਨਰਿਪ ਕੇ ਢਿੱਗ ਜਾਈ। ਨਕਲ ਰਾਜੇ ਦਾ ਨਾਂ ਹੈ। ਉਸ ਰਾਜੇ ਦੇ ਕੋਲ ਜਾ ਕੇ ਘੋੜਿਆਂ ਨੂੰ ਪਾਲਣ ਵਾਲੇ, ਘੋੜਿਆਂ ਦੀ ਸੰਭਾਲ ਕਰਨ ਵਾਲੇ ਬਣ ਕੇ ਇਹਨਾਂ ਪਾਂਡਵਾਂ ਨੇ ਦਿਨ ਕੱਟੇ ਨੇ ਆਪਣੇ। ਹਾਂਜੀ। ਭਾਗੋਪਾਲ ਤਬੈ ਸਹਦੇਵਾ, ਦੁਰ ਕਹਿ ਰਹੇ ਨ ਕੋ ਲਖ ਪੇਵਾ। ਇਸੇ ਤਰ੍ਹਾਂ ਭਾਗ ਗੋਪਾਲ ਤਬੈ ਸਹਦੇਵਾ, ਦੁਰ ਕਹਿ ਰਹੇ ਨ ਕੋ ਲਖ ਪੇਵਾ। ਇਹ ਸਾਰੇ ਜਿਹੜੇ ਪਾਂਡਵ ਸੀ ਲੁਕ ਕੇ ਰਹੇ। ਕੋਈ ਗੋਪਾਲ ਰਾਜੇ ਕੋਲ ਜਾ ਕੇ ਰਿਹਾ, ਕੋਈ ਨਕਲ ਰਾਜੇ ਕੋਲ ਜਾ ਕੇ ਰਿਹਾ, ਕੋਈ ਵਿਰਾਟ ਰਾਜੇ ਕੋਲ ਜਾ ਕੇ ਇਹਨਾਂ ਨੇ ਆਪਣੇ ਦਿਨ ਕੱਟੇ। ਹਾਂਜੀ। ਦ੍ਰੁਪਦ ਸੁਤਾ ਹੋਏ ਸਿੰਦਰੀ, ਨ੍ਰਿਪਤ ਨਾਰ ਟਿਕ ਜਾਏ। ਇਹ ਜਿਹੜੀ ਦ੍ਰੁਪਦ ਰਾਜੇ ਦੀ ਧੀ ਹੈ ਦ੍ਰੋਪਦੀ, ਮੈਂ ਉਹ ਸਾਰੀ ਕਥਾ ਸੁਣਾਵਾਂਗਾ ਨਹੀਂ, ਪਰ ਇਹਦੇ 'ਚ ਲਿਖਿਆ ਵੀ ਇਹ ਬਹੁਤ ਸੁੰਦਰ ਇਸਤਰੀ ਸੀ ਦ੍ਰੋਪਦੀ। ਹੁਣ ਕੀ ਹੋਇਆ? ਹੁਣ ਇਹ ਰਾਜੇ ਦੇ ਘਰ ਨੁਕਰਾਨੀ ਬਣ ਕੇ ਰਹਿੰਦੀ ਹੈ। ਹੁਣ ਵੇਖੋ ਕਰਮ ਕੀ ਕਰਦੇ ਨੇ। ਹੁਣ ਇਸ ਕਥਾ ਵੱਲ ਨਾ ਜਾਣਾ, ਉਹ ਜੀ ਯੁਧਿਸ਼ਟਰ ਆ ਕਰਦਾ ਸੀ ਜੀ, ਭੀਮ ਆ ਕਰਦਾ ਸੀ, ਅਰਜਨ ਆ ਕਰਦਾ ਸੀ। ਸਵਾਲੇ ਨਹੀਂ ਉਹ ਕੀ ਕਰਦੇ ਸੀ। ਸਵਾਲੇ ਵੀ ਜਦੋਂ ਕਰਮ ਘੁੰਮਦੇ ਨੇ ਨਾ, ਜਦੋਂ ਕਰਮ ਆਪਣਾ ਗੇੜਾ ਪਾਉਂਦੇ ਨੇ ਤੇ ਵੱਡੇ ਵੱਡੇ ਬੰਦੇ, ਚੰਗੇ ਚੰਗੇ ਬੰਦੇ ਜਿਹੜੇ ਹੁੰਦੇ ਨੇ, ਉਹ ਫਿਰ ਇਸ ਤਰ੍ਹਾਂ ਧਰਤੀ ਤੇ ਉਤਰ ਆਉਂਦੇ ਨੇ। ਜਦੋਂ ਮਾੜਾ ਸਮਾਂ ਆਉਂਦਾ ਹੈ ਨਾ, ਇਹਦਾ ਅਰਥ ਇਹ ਹੈ, ਇਹਨੂੰ ਰਸਤੇ ਵਿੱਚ ਨਾ ਰੋਕ ਲੈਣਾ। ਇਹਦਾ ਅਰਥ ਇਹ ਹੈ ਵੀ ਏਡੇ ਏਡੇ ਵੱਡੇ ਮਹਾਬਲੀ, ਕੋਈ ਜਾ ਕੇ ਨਿਰਤਕਾਰੀ ਕਰਾ ਰਿਹਾ ਹੈ, ਕੋਈ ਕਿਸੇ ਦੇ ਘਰ ਖਾਣਾ ਪਕਾ ਰਿਹਾ ਹੈ, ਕੋਈ ਕਿਸੇ ਨੂੰ ਚੌਪੜ ਖੇਡਣੀ ਸਿਖਾ ਰਿਹਾ ਹੈ। ਹੁਣ ਇੱਧਰ ਜਿਹੜੀ ਦ੍ਰੋਪਦੀ ਹੈ ਉਹ ਰਾਜਾ ਦ੍ਰੁਪਦ ਦੀ ਪੁੱਤਰੀ ਹੈ। ਹੁਣ ਉਹਨਾਂ ਦੇ ਘਰ ਵਿੱਚ ਦਾਸੀ ਬਣ ਕੇ
ਜਿਹੜਾ ਸਿਅੰਦਰੀ ਸ਼ਬਦ ਹੈ ਇਹਦਾ ਅਰਥ ਹੈ ਨੁਕਰਾਣੀ। ਨੁਕਰਾਣੀ ਬਣ ਕੇ ਨਿਰਪਤ ਨਾਰ ਢਿੱਗ ਜਾਏ। ਇਹ ਹੁਣ ਵਿਰਾਟ ਰਾਜੇ ਦੀ ਪਤਨੀ ਕੋਲ ਗਈ। ਹੁਣ ਉਹਦੀ ਰਾਜੇ ਦੀ ਨੁਕਰਾਣੀ ਬਣ ਕੇ ਰਵੇਗੀ। ਪੰਜਾਂ ਪਾਂਡਵਾਂ ਦੀ ਦ੍ਰੋਪਦੀ ਤੇ ਏਡੇ ਵੱਡੇ ਰਾਜ ਭਾਗ ਦੀ ਮਾਲਕ ਸਮਾਂ ਕੱਟਣ ਵਾਸਤੇ ਇੱਕ ਵਿਰਾਟ ਰਾਜੇ ਦੀ ਰਾਣੀ ਦੀ ਜਾ ਕੇ ਦਾਸੀ ਬਣ ਗਈ। ਹਾਂਜੀ। सेव करन पर सो रही जेह तन रुचर सुहाए। ਹੁਣ ਇਹ ਹਰ ਪ੍ਰਕਾਰ ਸੇਵਾ ਕਰਦੀ ਹੈ ਕਿਤੇ ਰਾਣੀ ਕੱਢ ਨਾ ਦਵੇ। ਹੁਣ ਉਹਨੂੰ ਨਵਾਉਂਦੀ ਵੀ ਹੋਏਗੀ, ਉਹਦੀ ਮੁੱਠੀ ਚਾਪੀ ਵੀ ਕਰਦੀ ਹੋਏਗੀ, ਮਾਲਿਸ਼ ਵੀ ਕਰਦੀ ਹੋਏਗੀ, ਉਹਦੇ ਕੇਸਾਂ 'ਚ ਕੰਘੀ ਵੀ ਕਰਦੀ ਹੋਏਗੀ, ਉਹਦਾ ਖਾਣਾ ਵੀ ਪਕਾਉਂਦੀ ਹੋਏਗੀ, ਉਹਦੇ ਭਾਂਡੇ ਵੀ ਚੁੱਕਦੀ ਹੋਏਗੀ। ਹਾਂਜੀ। नागन सम लटके लट जांकी मदन तनख प्रकटी सुठ बांकी। ਕਵੀ ਜੀ ਨੇ ਜੋ ਲਿਖਿਆ ਦੀਆਂ ਦੋ ਕਲਾਈਨਾਂ ਦੇ ਅਰਥ ਮੈਂ ਕਰਦਾ, ਸਮਾਂ ਸਮਾਪਤ ਹੈ। ਕਹਿੰਦੇ ਇਹਦੇ ਵਾਲ ਇਦਾਂ ਸੀ ਜਿਵੇਂ ਨਾਗ ਦੀਆਂ ਲਟਾਂ ਹੁੰਦੀਆਂ ਨੇ, ਇਹਦੀਆਂ ਅੱਖਾਂ ਐਵੇਂ ਨੇ ਕਹਿੰਦੇ ਜਿਵੇਂ ਧਨੁਸ਼ ਹੁੰਦਾ ਹੈ ਨਾ, ਟੇਢੀਆਂ। ਆ ਜਿਹੜੀਆਂ ਭੈਣਾਂ ਆਈਬਰੋ ਜਾ ਕੇ ਬਣਾਉਂਦੀਆਂ ਨੇ, ਵੇਖੋ ਨਾ, ਆ ਹੁਣ ਸਾਡੀਆਂ ਅੱਖਾਂ ਨੇ ਸਾਹਮਣੇ, ਇਹਨਾਂ ਨੂੰ ਕੀ ਹੋਇਆ? ਵਾਲਾਂ ਨੂੰ ਕੁਝ ਨਹੀਂ ਹੋਇਆ, ਪਰ ਜਿੰਨਾ ਇਹਨਾਂ ਅੱਖਾਂ ਨੂੰ ਕੋਈ ਟੇਢਾ ਕਰ ਦੇਵੇ ਉਹਨੇ ਉਹ ਪੈਸੇ ਜ਼ਿਆਦਾ ਲੈ ਲੈਂਦਾ। ਤੇ ਇਸ ਲਾਲਚ ਦੇ ਪਿੱਛੇ ਭੈਣਾਂ ਆ ਕੇਸਾਂ ਦੀ ਰੋਮਾਂ ਦੀ ਬੇਅਦਬੀ ਕਰੀ ਜਾਂਦੀਆਂ ਨੇ। ਤੇ ਰੱਬ ਵੱਲੋਂ ਹੀ ਦ੍ਰੋਪਦੀ ਜਿਹੜੀ ਸੀ, ਕਹਿੰਦੇ ਉਹਦੇ ਪਰਮਾਤਮਾ ਨੇ ਭਰਵੱਟੇ ਬਣਾਈ ਇੱਦਾਂ ਦੇ ਸੀ, ਇੰਨੀ ਸੁੰਦਰ ਸੀ। ਬਹੁਤ ਉਹਦਾ ਕਵੀ ਨੇ ਜ਼ਿਕਰ ਕੀਤਾ ਹੈ ਦੱਸਣ ਵਾਸਤੇ ਕਿ ਸੰਸਾਰ ਦੇ ਲੋਕੋ ਤੁਹਾਨੂੰ ਸਬਕ ਮਿਲ ਸਕੇ। ਇਹਦਾ ਅਰਥ ਇਹ ਹੈ ਸੁਹੱਪਣ ਦਾ ਕੋਈ ਮਾਣ ਨਹੀਂ ਹੈ, ਰਾਜੇ ਹੋਣ ਦਾ ਕੋਈ ਮਾਣ ਨਹੀਂ ਹੈ, ਵੱਡੇ ਵੱਡੇ ਬੰਦੇ ਹੋਣ ਦਾ ਕੋਈ ਮਾਣ ਨਹੀਂ ਹੈ। ਇਹ ਚੇਤਾ ਰੱਖਣਾ, ਕਰਮ ਰੋਗ ਭੋਗਣੇ ਪੈਣਗੇ। ਜੋ ਕਰਮਾਂ ਦਾ ਫਲ ਹੈ, ਇਹ ਕਰਮਾਂ ਦਾ ਫਲ ਸੀ ਕਿ ਏਡੇ ਏਡੇ ਵੱਡੇ ਬੰਦੇ ਜਾ ਕੇ ਕਿਸੇ ਰਾਜੇ ਦੇ ਨੌਕਰ ਹੋ ਗਏ। ਅੱਗੇ ਜਾਊਗੀ ਕਥਾ ਜਿਹੜੀ ਆਪਾਂ ਕੱਲ ਸੁਣਾਂਗੇ, ਉਹ ਇਸ ਤੋਂ ਵੀ ਦੁਖਦਾਈ ਹੈ। ਉੱਥੇ ਦ੍ਰੋਪਦੀ ਦਾ ਚੀਰ ਹਰਨ ਹੋਇਆ ਹੈ, ਇੱਥੇ ਇਸ ਵਿਰਾਟ ਰਾਜੇ ਦਾ ਸਾਲਾ ਹੈ, ਉਹ ਆ ਕੇ ਇਸ ਨੂੰ ਪਕੜ ਲੈਂਦਾ। ਉਹ ਕਹਿੰਦਾ ਇਸ ਨੂੰ ਮੈਂ ਲੈ ਕੇ ਜਾਣਾ। ਹੁਣ ਹੋਇਆ ਕੀ? ਕੋਈ ਛਡਾਉਣ ਵਾਲਾ ਨਹੀਂ ਹੈ। ਇਹ ਡਰਦੇ ਬੋਲਦੇ ਨਹੀਂ ਵੀ ਅਸੀਂ ਬੋਲੇ ਤੇ ਸਾਡਾ ਪਾਜ ਉਕੜ ਜਾਏਗਾ। ਪਰ ਹੋਇਆ ਕੀ? ਕਹਿੰਦੇ ਸਿਰਫ ਅਗਿਆਨਤਾ ਹੈ। ਜੇ ਵਿਰਾਟ ਰਾਜੇ ਨੂੰ ਪਤਾ ਲੱਗ ਜਾਂਦਾ ਇਹ ਪਾਂਡਵ ਨੇ, ਕਹਿੰਦੇ ਉਹਨੇ ਕਦੇ ਯੁਧਿਸ਼ਠਰ ਤੋਂ ਚੌਪੜ ਨਹੀਂ ਸੀ ਖੜਵਾਉਣੀ, ਕਦੇ ਭੀਮ ਤੋਂ ਰੋਟੀਆਂ ਨਹੀਂ ਸੀ ਪਕਾਉਣੀਆਂ, ਕਦੇ ਅਰਜਨ ਤੋਂ ਉਹਨੇ ਨਿਰਤਕਾਰੀ ਨਹੀਂ ਸੀ ਕਰਾਉਣੀ। ਉਹਨੇ ਸਨਮਾਨ ਕਰਨਾ ਸੀ ਕਿ ਤੁਸੀਂ ਏਡੇ ਏਡੇ ਵੱਡੇ ਬੰਦੇ ਹੋ। ਪਰ ਅਗਿਆਨਤਾ, ਉਹਨੂੰ ਕੀ ਪਤਾ ਵੀ ਇਹ ਕੌਣ ਨੇ? ਕਿਹਦੀ ਹਿੰਮਤ ਸੀ ਦ੍ਰੋਪਦੀ ਵਾਲੇ ਪਾਸੇ ਅੱਖਾਂ ਚੁੱਕ ਕੇ ਵੇਖ ਲੈਂਦਾ? ਪਰ ਅਗਿਆਨਤਾ, ਰਾਜੇ ਨੂੰ ਕੀ ਪਤਾ ਵੀ ਇਹ ਦ੍ਰੋਪਦੀ ਹੈ? ਉਹਨੇ ਸੋਚਿਆ ਵੀ ਇਹ ਤੇ ਨੁਕਰਾਣੀ ਹੈ। ਇਸ ਕਥਾ ਦੇ ਵਿੱਚੋਂ ਜਿਹੜੀ ਗੱਲ ਬਾਰ-ਬਾਰ ਮੈਂ ਵੀ ਸਮਝਣ ਦੀ ਕੋਸ਼ਿਸ਼ ਕਰਦਾ, ਸਮਝਾਇਆ ਇਹ ਗਿਆ ਕਿ ਜੇ ਗਿਆਨ ਹੈ ਤਾਂ ਸੁੱਖ ਹੈ, ਜੇ ਅਗਿਆਨਤਾ ਹੈ ਤੇ ਦੁੱਖ ਹੈ। ਇਹਦਾ ਅਰਥ ਹੈ ਜੇ ਚਾਨਣ ਹੈ ਤਾਂ ਸੁੱਖ ਹੈ, ਜੇ ਅੰਧੇਰਾ ਹੈ ਤਾਂ ਦੁੱਖ ਹੈ। ਜੇ ਤੁਹਾਨੂੰ ਨੌਲੇਜ ਹੈ ਤਾਂ ਸੁੱਖ ਹੈ, ਤੇ ਜੇ ਤੁਸੀਂ ਬੇਸਮਝ ਹੋ ਤਾਂ ਦੁੱਖ ਹੈ। ਹੁਣ ਵੇਖੋ ਨਾ, ਤੁਸੀਂ ਇੱਕ ਚੌਂਕ 'ਚ ਖਲੋਤੇ ਹੋ, ਚੌਂਕ 'ਚੋਂ 4-5 ਸੜਕਾਂ ਨਿਕਲਦੀਆਂ ਨੇ। ਹੁਣ ਤੁਹਾਨੂੰ ਇਹ ਨਹੀਂ ਪਤਾ ਕਿ ਤੁਹਾਡੇ ਡੈਸਟੀਨੇਸ਼ਨ, ਤੁਹਾਡੀ ਮੰਜ਼ਿਲ ਨੂੰ ਕਿਹੜੀ ਸੜਕ ਜਾਂਦੀ ਹੈ। ਰਾਤ ਦਾ ਵਕਤ ਹੈ, ਕਿੱਡਾ ਵੱਡਾ ਦੁੱਖ ਹੈ। ਰਾਤੀ 12-1 ਵਜੇ ਕਿਸੇ ਚੌਂਕ 'ਚ ਖਲੋਤੇ ਹੋ, ਗੱਡੀ ਤੁਹਾਡੇ ਕੋਲ ਹੈ, ਸਾਧਨ ਤੁਹਾਡੇ ਕੋਲ ਹੈ, ਪਰ ਹੁਣ ਤੁਹਾਨੂੰ ਇਹ ਨਹੀਂ ਦੱਸਣ ਵਾਲਾ ਵੀ ਇਹ 'ਚੋਂ ਕਿਹੜੀ ਸੜਕ ਕਿੱਧਰ ਨੂੰ ਜਾਂਦੀ ਹੈ। ਤੇ ਜਦੋਂ ਕੋਈ ਆ ਕੇ ਦੱਸ ਦੇਗਾ ਉਦੋਂ ਹੀ ਸੁੱਖ ਹੋ ਜਾਏਗਾ, ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚ ਜਾਓਗੇ। ਜੇ ਅਗਿਆਨਤਾ ਹੈ ਤਾਂ ਦੁੱਖ ਹੈ। ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ